ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਝਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਣਾ ਟੋਨੀ ਟਰਕੀਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 15 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਿਹੜੀ ਇਸ ਟਾਈਮ ਸੋਸ਼ਲ ਮੀਡੀਆ ਤੇ ਜਾਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ। ਉਹ ਚਰਚਾ ਬੇਅੰਤ ਕਤਲकांड ਨੂੰ ਲੈ ਕੇ, ਸਾਬਕਾ ਮੁੱਖ ਮੰਤਰੀ ਦੇ ਕਤਲ ਨੂੰ ਲੈ ਕੇ। ਇਸ ਮਾਮਲੇ ਦੇ ਵਿੱਚ ਨਵੀਂ ਕਹਾਣੀ ਆਈ ਹੈ ਤੇ ਸਵਾਲ ਉੱਠ ਰਿਹਾ ਕਿ ਇਸ ਸਮੇਂ ਕਿਉਂ? ਪ੍ਰਵੀਨ ਜੀ, ਬੇਅੰਤ ਸਿੰਘ ਦੇ ਕਤਲकांड ਦੀ ਜਦੋਂ ਗੱਲ ਆਉਂਦੀ ਹੈ ਤਦ ਇਹ ਆਉਂਦਾ ਹੈ ਕਿ ਉਸ ਸਮੇਂ ਜਿਹੋ ਜਿਹਾ ਪੁਲਿਸ ਦਾ ਵਰਤਾਰਾ ਸੀ, ਜਿਹੋ ਜਿਹਾ ਪੁਲਿਸ ਵਿਵਹਾਰ ਕਰ ਰਹੀ ਸੀ ਹਨਾ, ਉਹਦੇ ਵਿੱਚ ਮਤਲਬ ਉੱਪਰਲੇ ਆਕਾਵਾਂ ਦੇ ਹੁਕਮ ਤੋਂ ਬਿਨਾਂ ਨਹੀਂ ਚੱਲ ਰਿਹਾ ਸੀ। ਮਤਲਬ ਜੇ KPS ਗਿੱਲ ਪੁਲਿਸ ਨੂੰ ਚਲਾ ਰਿਹਾ ਸੀ ਤਾਂ KPS ਗਿੱਲ ਨੂੰ ਕਹਿੰਦੇ ਬੇਅੰਤ ਸਿੰਘ ਚਲਾ ਰਿਹਾ ਸੀ। ਜੀ ਜੀ। ਸੋ ਇਸ ਲਈ ਬੇਅੰਤ ਸਿੰਘ ਪ੍ਰਤੀ ਲੋਕਾਂ ਦਾ ਰੋਸਾ ਇਸ ਕਾਰਨ ਸੀ ਕਿ ਜਿਹੜੇ ਖੜਕੂ ਲਹਿਰ ਚ ਸ਼ਾਮਲ ਨੇ ਉਹਨਾਂ ਨਾਲ ਤਾਂ ਤੁਸੀਂ ਜੋ ਵਧੀਕੀਆਂ ਕਰੇ ਰਹੇ ਹੋ, ਕਾਨੂੰਨੀ ਤੌਰ ਦੇ ਉੱਤੇ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਦੇ ਖਿਲਾਫ ਕਾਰਵਾਈਆਂ ਕਰ ਰਹੇ ਹੋ। ਬਲਕਿ ਜਿਹੜੇ ਉਸ ਲਹਿਰ ਦਾ ਹਿੱਸਾ ਨਹੀਂ, ਉਹਨਾਂ ਨਾਲ ਵੀ, ਉਹਨਾਂ ਪਰਿਵਾਰਾਂ ਨਾਲ ਵੀ ਜੋ ਕੁਝ ਹੋ ਰਿਹਾ, ਉਹਦੇ ਕਾਰਨ ਬੇਅੰਤ ਸਿੰਘ ਦੇ ਖਿਲਾਫ ਇੱਕ ਮਨਾਂ ਦੇ ਵਿੱਚ ਇੱਕ ਰੋਸਾ, ਇੱਕ ਗੁੱਸਾ ਹਨਾ, ਇੱਕ ਬਦਲੇ ਦੀ ਭਾਵਨਾ ਉਹ ਪੈਦਾ ਹੋ ਰਹੀ ਸੀ। ਉਹਦੇ ਵਿੱਚੋਂ ਮੰਨਿਆ ਜਾ ਰਿਹਾ ਕਿ ਉਹ ਸਾਰੀ ਘਟਨਾ ਜੋ ਵਾਪਰੀ ਮਤਲਬ ਚੰਡੀਗੜ੍ਹ ਸਕੱਤਰੇਤ ਦੇ ਹੇਠਾਂ 1995 ਦੇ ਵਿੱਚ ਜਿਸ ਤਰ੍ਹਾਂ ਉਹਨੂੰ ਬੰਬ ਉਡਾਉਣ ਦੀ ਕਾਰਵਾਈ ਹੋਈ ਤੇ ਉਹਦੇ ਵਿੱਚ ਪੁਲਿਸ ਵਾਲਿਆਂ ਦਾ ਜੋ ਨਾਲ ਉਹ ਮੁੰਡੇ ਵੀ ਪੰਜਾਬ ਦੇ ਪਿੰਡਾਂ ਦੇ, ਉਹ ਵੀ ਪੁਲਿਸ ਵਾਲੇ ਸੀ ਦੇਖੋ ਵਿੱਚ, ਹੈ ਨਾ। ਸੋ ਇਸ ਲਈ ਉਹ ਪੁਲਿਸ ਤੇ ਬਾਕੀ ਇਹ ਸਾਰੇ ਵਰਤਾਰੇ ਦੇ ਵਿੱਚੋਂ ਮਤਲਬ ਕਿ ਉਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਹਿੰਦੇ ਜੀ। ਮਤਲਬ ਹੁਣ ਤੱਕ ਇਹ ਮੰਨਿਆ ਜਾ ਰਿਹਾ ਕਿ ਉਸ ਸਮੇਂ ਦੀ ਜਿਹੜੀ ਪੰਜਾਬ ਦੀ ਲਹਿਰ ਸੀ, ਉਸ ਲਹਿਰ ਦੇ ਵਿੱਚੋਂ ਇਹ ਘਟਨਾ ਨੇ ਜਨਮ ਲਿਆ, ਨਾ ਕਿ ਕੋਈ ਕਿਸੇ ਨਿੱਜੀ ਰੰਜਸ ਚੋਂ ਜਾਂ ਨਿੱਜੀ ਕਾਰਨ ਚੋਂ। ਜੀ ਜੀ। ਪਰ ਹੁਣ ਇੰਨੇ ਸਾਲਾਂ ਬਾਅਦ, ਮਤਲਬ ਕਿ ਜੇ ਆਪਾਂ ਗੱਲ ਦੇਖੀਏ ਤਾਂ ਇਹ ਕਰੀਬ 31 ਸਾਲਾਂ ਬਾਅਦ ਇਸ ਨੂੰ ਇਹ ਕਹਿ ਕੇ ਸਾਹਮਣੇ ਲਿਆਂਦਾ ਜਾ ਰਿਹਾ ਕਿ ਇਹ ਤਾਂ ਜੀ ਲਹਿਰ ਦੇ ਤਹਿਤ ਜਾਂ ਇੱਕ ਯੋਜਨਾਬੱਧ ਤਰੀਕੇ ਨਾਲ ਕਤਲ ਥੋੜਾ ਸੀ, ਇਹ ਤਾਂ ਨਿੱਜੀ ਰੰਜਸ ਚੋਂ ਕਤਲ ਸੀ। ਔਰ ਇਸ ਨਿੱਜੀ ਰੰਜਸ ਦਾ ਕਾਰਨ ਵੀ ਇੱਕ ਔਰਤ ਨੇ ਮਤਲਬ ਕਿ ਇਸ ਕਤਲ ਨੂੰ ਅੰਜਾਮ ਦਿੱਤਾ, ਉਹਦੀ ਸਾਜ਼ਿਸ਼ ਸੀ ਇਹ ਜੀ। ਹੁਣ ਇਹ ਗੱਲ ਕੋਈ ਸਧਾਰਨ ਬੰਦਾ ਕਹੇ, ਕੋਈ ਹੇਠਲੇ ਪੱਧਰ ਦਾ ਬੰਦਾ ਕਹੇ, ਕੋਈ ਆਮ ਵਿਅਕਤੀ ਕਹੇ ਤਾਂ ਕਿਸੇ ਨੇ ਗੌਰ ਨਹੀਂ ਕਰਨਾ। ਭਾਰਤ ਦਾ ਗ੍ਰਹਿ ਮੰਤਰਾਲੇ ਦਾ ਅੰਡਰ ਸੈਕਟਰੀ ਇਹ ਗੱਲ ਕਹੇ ਜੀ, ਫਿਰ ਇਹਦੇ ਮਾਇਨੇ ਬਹੁਤ ਵੱਡੇ ਹੋ ਜਾਂਦੇ ਨੇ। ਸਹੀ ਹੈ, ਬਿਲਕੁਲ। ਕੇਂਦਰੀ ਗ੍ਰਹਿ ਮੰਤਰਾਲੇ ਦਾ ਅੰਡਰ ਸੈਕਟਰੀ ਰਿਹਾ ਬੰਦਾ ਤੇ ਉਹਦਾ ਨਾਂ ਹੈ ਜੀ RBS ਮਣੀ ਜੀ। RBS ਮਣੀ ਨੇ ਭਾਰਤ ਦੇ ਵੱਡੇ ਨਿਊਜ਼ ਏਜੰਸੀ ਵਾਲੇ ਅਦਾਰੇ ANI ਨੂੰ ਆਪਣੀ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਦਮ ਭਰੇ। ਹੁਣ ਸਵਾਲ ਇਹ ਹੈ ਕਿ ਜੇ ਇਹ ਕਹਾਣੀ ਜਿਹੜੀ RS ਮਣੀ ਦੱਸ ਰਿਹਾ ਕਿ ਇੱਕ ਔਰਤ ਦੀ ਰੰਜਿਸ਼ ਦੇ ਕਾਰਨ ਜੀ ਜਾਂ ਉਹਨੇ ਇਹ ਯੋਜਨਾ ਘੜੀ, ਤਾਂ ਸਵਾਲ ਇਹ ਹੈ ਕਿ ਜੇ ਉਹਨੂੰ ਇਹ ਪਤਾ ਸੀ ਤਾਂ ਫਿਰ ਉਹ ਅੱਜ ਕਿਉਂ ਬੋਲਿਆ, ਇੰਨੀ ਦੇਰ ਦਾ ਪਹਿਲਾਂ ਕਿਉਂ ਨਹੀਂ ਬੋਲਿਆ? ਅੱਜ ਇਹਦੀ ਕੀ ਜ਼ਰੂਰਤ ਸੀ ਉਹਨੂੰ ਬੋਲਣ ਦੀ? ਅੱਜ ਇਹਦੀ ਲੋੜ ਕੀ ਸੀ ਜੀ? ਸਵਾਲ ਇਹ ਹੈ। ਬਿਲਕੁਲ। ਮਤਲਬ ਉਹ ਬੰਦਾ ਇਹ ਕਹਿੰਦਾ ਕਿ ਉਸ ਹਾਈ ਪ੍ਰੋਫਾਈਲ ਕਤਲकांड ਦੇ ਨਾਲ ਜੁੜੇ ਅਜਿਹੇ ਅੰਦਰੂਨੀ ਪਹਿਲੂਆਂ ਦਾ ਮੈਂ ਇਕਲੌਤਾ ਚਸ਼ਮਦੀਦ ਗਵਾਹ ਹਾਂ। ਠੀਕ ਹੈ। ਤੇ ਕਹਿੰਦਾ ਇਹ ਉਹ ਪਹਿਲੂ ਹੈ ਜਿਹੜਾ ਅਜੇ ਤੱਕ ਜਨਤਕ ਨਹੀਂ ਹੋਇਆ ਸੀ, ਇਸ ਲਈ ਮੈਨੂੰ ਇਹ ਪਤਾ, ਮੈਂ ਜਨਤਕ ਕਰ ਰਿਹਾ। ਬਈ ਇਸ ਮੌਕੇ
ਤੁਸੀਂ ਝਾਤ ਮਾਰ ਕੇ ਦੇਖੋ ਕਿ ਇੱਕ ਪ੍ਰਕਿਰਿਆ ਅਪਣਾਈ ਜਾਂਦੀ ਹੈ ਰਾਜਨੀਤਿਕ ਜਮਾਤ ਵੱਲੋਂ ਔਰ ਸੱਤਾਧਾਰੀ ਧਿਰਾਂ ਵੱਲੋਂ। ਉਹਨੂੰ ਨਿਊਜ਼ ਸਰਕਲ ਕਹਿੰਦੇ ਨੇ ਕਿ ਵੀ ਕਿਵੇਂ ਨਰੇਟਿਵ ਇੱਕ ਬਣਾਉਣਾ ਤੇ ਦੂਆ ਤੋੜਨਾ। ਕਿਸੇ ਖਬਰ ਨੂੰ ਪਿੱਛੇ ਪਾਉਣਾ ਤਾਂ ਦੂਜੀ ਖਬਰ ਜੇ ਉੱਭਰ ਜਾਵੇ ਤਾਂ ਉਹਦੇ ਨਾਲ ਇੱਕ ਮਸਲਾ ਠੰਡਾ ਪੈ ਜਾਂਦਾ। ਜੀ ਜੀ ਸਹੀ ਹੈ। ਪੰਜਾਬ ਦੇ ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਕੱਢ ਰਹੇ ਸੀ ਤਾਂ ਸਭ ਤੋਂ ਵੱਡਾ ਮੁੱਦਾ ਬਣਿਆ ਸੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦਾ। ਹਾਂਜੀ ਹਾਂਜੀ। ਉਸ ਮਾਮਲੇ 'ਚ ਸਰਕਾਰ ਘਿਰਦੀ ਜਾ ਰਹੀ ਸੀ, ਬਾਕੀ ਦਲ ਉਹਨਾਂ ਨੂੰ ਘੇਰ ਰਹੇ ਸੀ ਕਿ ਉਹ ਮਾਮਲਾ ਵੱਡਾ ਹੁੰਦਾ ਅਚਾਨਕ ਵੀਡੀਓ ਕਾਂਡ ਵਾਲਾ ਮਾਮਲਾ ਆ ਗਿਆ ਤੇ ਵੀਡੀਓ ਕਾਂਡ ਵਾਲੇ ਮਾਮਲੇ ਨੇ ਉਸੇ ਪੈਦਲ ਚੱਲ ਰਹੇ ਮਾਮਲੇ ਨੂੰ ਪਿੱਛੇ ਲੈ ਜਾ ਗਿਆ, ਜਦੋਂ ਕਿ ਉਹ ਮਾਮਲਾ ਵੀ ਸਰਕਾਰ ਦੇ ਗਲੇ ਪਿਆ ਵਾ ਸੀਗਾ। ਬਿਲਕੁਲ ਸਹੀ ਹੈ। ਪਰ ਉਹ ਮਾਮਲਾ ਵੀਡੀਓ ਵਾਲਾ ਭਗਵੰਤ ਮਾਨ ਤੇ ਆ ਕੇ ਟਿਕ ਗਿਆ, ਨਕਲੀ ਉਹਦੇ ਵਾਲਾ ਆ ਗਿਆ ਜੀ ਕਿ ਰਿਪੋਰਟ ਬਣਵਾ ਲਈ, ਜਿਆ ਹੋ ਗਿਆ ਸਾਰਾ ਕੁਝ ਹੈ ਨਾ, ਤੇ ਉਹ ਮਾਮਲਾ ਵੱਡਾ ਹੋ ਗਿਆ। ਹੁਣ ਉਹ ਮਾਮਲਾ ਜੇ ਚੱਲੇ ਰਿਹਾ ਸੀ ਕਿ ਫਿਲਮ ਸਤਲੁਜ ਵਾਲਾ ਪਹਿਲੂ ਆ ਗਿਆ ਜੀ, ਔਰ ਫਿਲਮ ਸਤਲੁਜ ਵਾਲੇ ਪਹਿਲੂ ਨੇ ਸਾਰੇ ਮਸਲੇ ਪਿੱਛੇ ਪਾਤੇ ਜੀ। ਸਾਰੇ ਇਸੇ ਮਸਲੇ ਦੇ ਉੱਤੇ ਚਰਚਾ ਹੈ। ਹੁਣ ਜਦੋਂ ਇਹਦੇ ਤੇ ਚਰਚਾ ਹੁੰਦੀ ਹੈ ਤਾਂ ਇਹਦੇ ਵਿੱਚ ਉਸ ਸਮੇਂ ਜਿਹਦਾ ਹੁਕਮਰਾਨਾਂ ਸਿਰ ਧਿਰ ਸੀਗੀ ਉਹ ਸੀ ਕਾਂਗਰਸ, ਉਹ ਕਰਦੀ ਹੈ। ਉਹ ਤੋਂ ਬਾਅਦ ਰਾਜ ਭਾਗ ਮੰਨਣ ਵਾਲੇ ਸੀ ਪੰਜਾਬ ਦੇ ਵਿੱਚ ਅਕਾਲੀ ਦਲ, ਉਹ ਕਰਦਾ। ਪਰ ਜਿਹੜੀਆਂ ਦੋ ਧਿਰਾਂ ਇੱਕ ਦਿੱਲੀ 'ਚ ਬੈਠੀਆਂ ਨੇ, ਇੱਕ ਪੰਜਾਬ 'ਚ ਬੈਠੀ ਹੈ, ਜਿਹੜੀ ਕੇਂਦਰ ਹੋਵੇ ਤੇ ਪੰਜਾਬ ਵਾਲੀ ਸਰਕਾਰ ਹੋਵੇ, ਇਹ ਇੰਜ ਮੰਨ ਕੇ ਚੱਲ ਰਹੀ ਹੈ ਕਿ ਫਿਲਮ ਸਤਲੁਜ ਨਾਲ ਜਾਂ ਉਸ ਵਰਤਾਰੇ ਨਾਲ ਸਾਡਾ ਤਾਂ ਕੋਈ ਲਿਗਾ ਦੇਗਾ ਨਹੀਂ। ਪਰ ਉਹਦੇ ਬਾਵਜੂਦ ਵੀ ਇਹ ਘਿਰੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਉਹ ਰਿਹਾਈ ਦਾ ਮਾਮਲਾ, ਜਿਹੜਾ ਕਾਤਲਾਂ ਨੂੰ ਰਿਹਾਈ ਦਾ, ਸਹੀ ਹੈ, ਕਿ ਉਸ ਮਾਮਲੇ 'ਚ ਇਹ ਘਿਰੇ ਨੇ। ਹੁਣ ਜਦੋਂ ਇਹ ਕਰਦੇ ਨੇ ਤਾਂ ਕੀ ਇਹ ਨਿਊਜ਼ ਸਰਕਲ ਨੂੰ ਤੋੜਨ ਦੇ ਲਈ ਇਹ ਖਬਰ ਸਾਹਮਣੇ ਲਿਆਂਦੀ ਗਈ? ਕਿ ਇੰਨੇ ਇੱਕ ਬਿਆਨ ਨਾਲ ਇਹ ਸਾਬਤ ਹੋ ਜਾਏਗਾ, ਉਹਦੇ ਕਹਿਣ ਨਾਲ ਸਾਬਤ ਹੋ ਜਾਏਗਾ, ਜਾਂ ਫਿਰ ਤੱਥ ਰੱਖ ਦੇਵੇ? ਉਹ ਸਬੂਤਾਂ ਸਮੇਤ ਇੰਟਰਵਿਊ ਚ ਆਉਂਦਾ ਫਿਰ। ਸੋ ਉਹਦੇ ਕਹਿਣ ਦੇ ਪਿੱਛੇ ਮੈਂ ਕਹਿੰਦਾ ਜੇ ਇਸ ਨੈਰੇਟਿਵ ਨੂੰ ਅੱਗੇ ਵਧਾਉਣਾ ਹੋਊਗਾ ਤਾਂ ਕੱਚ-ਕੜ ਵੀ ਸਬੂਤ ਲਿਆਂਦੇ ਜਾ ਸਕਦੇ, ਜੇ ਅਸਲੀ ਨੇ ਤਾਂ ਫਿਰ ਹੁਣ ਤੱਕ ਲੁਕੋਏ ਹੋਏ ਕਿਉਂ ਸੀ? ਹਾਂਜੀ ਹਾਂਜੀ ਸਹੀ ਹੈ। ਸੋ ਇਸ ਲਈ ਇਸ ਸਮੇਂ ਬਿੱਟੂ ਵਾਲਾ ਮਾਮਲਾ ਚਰਚਾ ਚ ਹੈ ਨਾ, ਕੇਂਦਰ ਵੱਲੋਂ ਜੀ ਕਿ ਰਿਹਾਈ ਦਵਾਤੀ ਜੀ ਉਹਨਾਂ ਨੂੰ, ਇੱਧਰ ਜੀ ਇੱਥੇ ਪੰਜਾਬ ਸਰਕਾਰ ਘਿਰ ਗਈ ਜੀ ਇਹਨਾਂ ਦੇ ਰਾਜ ਭਾਗ ਦੇ ਵਿੱਚ। ਮੁੱਖ ਮੰਤਰੀ ਮੂੰਹ ਨਹੀਂ ਖੋਲ ਰਹੇ ਅਜੇ ਤੱਕ ਇਸ ਮਸਲੇ ਤੇ। ਸਹੀ ਹੈ, ਬਿਲਕੁਲ। ਉਹ ਦੱਸਣਗੇ ਜਸਪਾਲ ਸਿੰਘ ਜਾਂ ਬਾਕੀ ਜਿਹੜੇ ਜਸਵੰਤ ਖਾਲੜਾ ਦੇ ਕਾਤਲ ਨੇ ਉਹ ਕਿਵੇਂ ਬਾਹਰ ਨੇ। ਤੇ ਜਿਹੜੇ ਇਹਨਾਂ ਦੇ ਬੁਲਾਰੇ ਪੰਜਾਬ ਦੇ ਮੀਡੀਆ ਜਾ ਕੇ ਕਹਿ ਰਹੇ ਸੀਗੇ ਵੀ ਕਿ ਤਾਂ ਕੇਂਦਰ ਨੇ ਕਰਾਇਆ, ਕੇਂਦਰ ਨੇ ਛੱਡੇ, ਹੈ ਨਾ, ਸਾਡਾ ਤਾਂ ਕੋਈ ਰੋਲ ਨਹੀਂਗਾ, ਉਹ ਨੈਸ਼ਨਲ ਟੀਵੀ ਦੇ ਬੈਠੇ ਸੀਗੇ, ਉੱਥੇ ਕਹਿੰਦੇ ਜੀ ਮੈਨੂੰ ਸੀਐਮਓ ਤੋਂ ਕੋਈ ਰਿਪੋਰਟ ਨਹੀਂ ਆਈ ਹੈ ਜੀ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਸਹੀ ਹੈ। ਜੇ ਰਿਪੋਰਟ ਸੀਐਮਓ ਤੋਂ ਆਉਣੀ ਹੈ ਤੇ ਫਿਰ ਕੇਂਦਰ ਦਾ ਮਾਮਲਾ ਕਿਵੇਂ ਤੁਸੀਂ ਵਿੱਚ ਲਿਆਂਦਾ? ਜੇ ਲਿਆਂਦਾ ਤਾਂ ਫਿਰ ਨੈਸ਼ਨਲ ਟੀਵੀ ਤੇ ਬੋਲਣ ਤੋਂ ਕਿਉਂ ਡਰ ਲੱਗਿਆ ਹੋਗਾ? ਸਹੀ ਹੈ। ਉੱਥੇ ਕਿਉਂ ਨਹੀਂ ਕਿਹਾ ਕਿ ਹਾਂ ਕੇਂਦਰ ਨੇ ਕੀਤਾ ਜੀ, ਅਸੀਂ ਨਹੀਂ ਕੀਤਾ? ਉਹ ਤਾਂ 5 ਮਿੰਟਾਂ ਤੋਂ ਇਸ ਲਈ ਕੀ ਇਹ ਮਿਲ ਕੇ ਖੇਡ ਖੇਡੀ ਜਾ ਰਹੀ ਹੈ? ਅੰਮ੍ਰਿਤਪਾਲ ਵਾਲੇ ਮਾਮਲੇ ਦੇ ਵਿੱਚ ਖੁਦ ਅਮਿਤ ਸ਼ਾਹ ਨੇ ਕਿਹਾ ਸੀਗਾ ਕਿ ਅਸੀਂ ਔਰ ਪੰਜਾਬ ਸਰਕਾਰ ਨੇ ਮਿਲ ਕੇ ਆਪਰੇਸ਼ਨ ਕੀਤਾ। ਸੋ ਇਹਦਾ ਤਾਂ ਤੁਸੀਂ ਹੁਣ ਤੱਕ ਮਿਲ ਕੇ ਚੱਲ ਰਹੇ ਹੋ। ਇਹ ਮਾਮਲੇ ਨੂੰ ਨਿਊਜ਼ ਸਰਕਲ ਤੋੜਨ ਲਈ ਲਿਆਂਦਾ, ਬਾਕੀ ਖਬਰਾਂ ਪਿੱਛੇ ਪਾਉਣ ਲਈ ਲਿਆਂਦਾ, ਧਿਆਨ ਹੋਰ ਪਾਸੇ ਲਾਉਣ ਲਈ ਲਿਆਂਦਾ, ਮਾਮਲੇ ਨੂੰ ਹੋਰ ਪ੍ਰਗਟਾਹਟ ਪੈਦਾ ਕਰਨ ਲਈ ਲਿਆਂਦਾ। ਇਹਦੀ ਮਨਸ਼ਾ ਕੀ ਹੈ? ਸੋ ਇਹ ਸਮਝਣ ਦੀ ਲੋੜ। ਹਾਂਜੀ, ਸਵਾਲ ਤਾਂ ਉੱਠਣਗੇ ਟਾਈਮਿੰਗ ਦੇ ਉੱਤੇ, ਕਿਉਂਕਿ ਬਹੁਤ ਵੱਡੀ ਚੀਜ਼ ਹੈ ਨਾ, ਹਰੇਕ ਖਬਰ ਦੇ ਵਿੱਚ, ਹਰੇਕ ਨਵੇਂ ਖੁਲਾਸੇ ਦੇ ਵਿੱਚ ਟਾਈਮਿੰਗ ਬਹੁਤ ਮੈਟਰ ਕਰਦੀ ਹੁੰਦੀ ਹੈ ਕਿ ਉਹਦੀ ਟਾਈਮਿੰਗ ਕੀ ਅਸਲ ਦੇ ਵਿੱਚ। ਅਗਲੀ ਖਬਰ ਦੇ ਵੱਲ ਵਧੀਏ ਤੇ ਹਰੀਕੇ ਪੱਤਣ ਦੀ ਗੱਲ ਕਰੀਏ। ਹਰੀਕੇ ਪੱਤਣ ਤੋਂ ਇੱਕ ਗੱਲ ਤੁਰੀ ਹੈ ਕਿ ਉਹ ਗੱਲ ਕਿਸੇ ਤਣ ਪੱਤਣ ਵੀ ਲੱਗੂਗੀ ਸ਼ਰਮਾ ਜੀ? ਪ੍ਰਵੀਨ ਜੀ, ਆਪਾਂ ਕੱਲ ਵਿਸਤਾਰਤ ਗੱਲ ਕਰਕੇ ਹਟੇ ਹਾਂ ਉਸ ਅਰਦਾਸ ਦੇ ਹਵਾਲੇ ਨਾਲ। ਜੀ ਜੀ। ਫਿਲਮ ਸਤਲੁਜ ਨੇ ਇੱਕ ਚਰਚਾ ਤਾਂ ਤੋਰ ਦਿੱਤੀ, ਔਰ ਉਹ ਚਰਚਾ ਪੰਥਕ ਧਿਰਾਂ ਨੂੰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਰੀਕੇ ਪੱਤਣ ਤੱਕ ਲਿਆਈ ਕਿ ਚਲੋ ਆਪਾਂ ਅਰਦਾਸ ਕਰੀਏ। ਸਹੀ ਹੈ। ਇਸ ਦਾ ਸਵਾਗਤ ਵੀ ਹੋਇਆ ਚੌਂ ਪਾਸੇ, ਇਸ ਦੇ ਲਈ ਸ਼ੁਕਰਾਨਾ ਵੀ ਹੋਇਆ ਜੱਦਰ ਸਾਹਿਬ ਦਾ, ਪਰ ਨਾਲ ਇੱਕ ਹੋਰ ਚਰਚਾ ਵੀ ਤੁਰੀ ਜੀ ਕਿ ਕੀ ਕੌਮ ਨੂੰ, ਕੌਮ ਦੇ ਨੁਮਾਇੰਦਿਆਂ ਨੂੰ, ਪੰਜਾਬ ਨੂੰ ਹੁਣ ਫਿਲਮਾਂ ਰਾਹ ਦਿਖਾਉਣਗੀਆਂ? ਤੁਹਾਡੀ ਆਪਣੀ ਸਮਝ ਖਤਮ ਹੋ ਚੁੱਕੀ ਹੈ ਜੀ। ਜੇ ਜਸਵੰਤ ਖਾਲੜਾ ਦੇ ਜੀਵਨ ਤੇ ਫਿਲਮ ਬਣਦੀ ਉਹਨਾਂ ਦਾ ਤੁਹਾਨੂੰ ਪਤਾ ਹੀ ਨਹੀਂ ਸੀਗਾ ਕਿ ਜਸਵੰਤ ਖਾਲੜਾ ਦੀ ਦੇਣ ਕੀ ਹੈ। ਜੇ ਇਹ ਇਸ ਫਿਲਮ ਦੇ ਰਾਹੀਂ ਇਹ ਪਹਿਲੂ ਆਉਂਦਾ ਹੀ ਨਾ ਕਿ ਅਣਪਛਾਤੀਆਂ ਲਾਸ਼ਾਂ ਦਾ ਹੜਾਉਣ ਦਾ, ਸਾੜਨ ਦਾ, ਤਾਂ ਅੱਜ ਤੱਕ ਤੁਹਾਨੂੰ ਪਤਾ ਹੀ ਨਹੀਂ ਸੀ। ਸਹੀ।
ਪਤਾ ਹੁੰਦਿਆਂ ਸਿੱਖ ਸੰਸਥਾਵਾਂ ਨੇ, ਸਮਾਜਿਕ ਸੰਸਥਾਵਾਂ ਨੇ ਪਹਿਰੇਦਾਰੀ ਕਿਉਂ ਨਹੀਂ ਕੀਤੀ? ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਜਿਹੜੀ ਧਿਰਾਂ ਉਸ ਪਹਿਲੂ ਤੇ ਰੌਲਾ ਪਾਉਂਦੀਆਂ ਨੇ ਕਿ ਪੰਜਾਬ ਦੇ ਵਿੱਚ 35,000 ਹਿੰਦੂ ਮਾਰੇ, ਹਾਂਜੀ, ਦੇਖੋ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ ਕਿਤੇ ਲੁਕੀਆਂ ਵੀਆਂ ਨਹੀਂ ਗੀਆਂ। ਚਾਹੇ ਬੱਸਾਂ ਚੋਂ ਲਾਉਣ ਵਾਲੀਆਂ, ਘਰਾਂ ਚੋਂ ਚੱਕਣ ਵਾਲੀਆਂ, ਉਹ ਜੋ ਘਟਨਾ ਵਾਪਰੀਆਂ ਉਹ ਕਿਸੇ ਤੋਂ ਨਹੀਂ ਲੁਕੀਆਂ। ਸਹੀ ਹੈ। ਤੇ ਜਿਹੜੀਆਂ ਧਿਰਾਂ, ਜੇ ਜਸਵੰਤ ਖਾਲੜਾ ਲਵਾਰਸ ਲਾਸ਼ਾਂ ਲਈ ਤੁਰ ਸਕਦਾ ਹੈ ਕਿਉਂਕਿ ਉਹਦੇ ਰਿਸ਼ਤੇਦਾਰ ਨਹੀਂ ਸੀ ਜਿਨ੍ਹਾਂ ਨੂੰ ਲੱਭਣ ਤੁਰਿਆ, ਬਿਲਕੁਲ ਸਹੀ ਹੈ। ਉਹਦੇ ਮਿੱਤਰ ਨਹੀਂ ਸੀ, ਉਹਨਾਂ ਤੋਂ ਕੋਈ ਉਹਨੇ ਪੈਸਾ ਨਹੀਂ ਧਾਰ ਦਿੱਤਾ ਸੀ ਕਿ ਉਹਨੇ ਪੈਸੇ ਲੈਣੇ ਤਾਂ ਬੰਦਾ ਲੱਭਦਾ ਫਿਰਦਾ ਕਿ ਕੌਣ ਨੇ ਉਹ। ਜੇ ਉਹਨੇ ਸਮਾਜਿਕ ਤੌਰ ਤੇ ਜਾ ਕੇ ਸ਼ਮਸ਼ਾਨਾਂ 'ਚ ਮਤਲਬ ਕਿ ਰਾਖ ਫਰੋੜੀ, ਸਹੀ ਹੈ, ਸਿਰਫ ਇਹ ਜਾਣਨ ਲਈ ਕਿ ਕਿਹੜੇ ਕਿਹੜੇ ਮਾਰੇ। ਉਹਨਾਂ ਚੋਂ ਗੁਲਸ਼ਨ ਕੁਮਾਰ ਦਾ ਟੱਬਰ ਕਹਿੰਦਾ ਸਾਡਾ ਕੇਸ ਵੀ ਖਾਲੜਾ ਵਾਲਿਆਂ ਨੇ ਲੜਿਆ, ਪੁਲਿਸ ਨੇ ਤਸ਼ੱਦਦ ਕੀਤਾ ਉਹਨਾਂ ਤੇ ਵੀ। ਸਹੀ ਹੈ। ਸੋ ਉਸ ਤਰੀਕੇ ਨਾਲ ਜੇ ਖਾਲੜਾ ਉਹ ਨਹੀਂ ਤੁਰ ਸਕਦੇ ਨੇ ਤਾਂ ਫਿਰ ਹਿੰਦੂ ਸੰਗਠਨਾਂ ਨੂੰ ਕਿਹਨੇ ਰੋਕਿਆ ਸੀ? ਤੁਰ ਲੈਂਦੇ। ਸਹੀ ਹੈ, ਲੱਭ ਲੈਂਦੇ। ਅੱਜ ਜਿਹੜਾ ਸ਼ਿਵ ਸੈਨਾ ਵਾਲੇ ਉਹ ਘਰੇ ਜੇ ਬੈਠ ਕੇ ਬੋਲਦੇ ਨੇ ਚਾਰ ਟੋਟਰੂ 35,000 35 ਨੂੰ ਪੁੱਛੋ ਕਿਸੇ 35 ਘਰਾਂ ਦੀ ਪਰਿਵਾਰਾਂ ਦੀ ਹਿੰਦੂਆਂ ਦੀ ਜਾ ਕੇ ਬਾਂਹ ਫੜੀ ਆ? ਨਾ। ਫਿਰ ਦੱਸੋ ਨਾ। ਸੋ ਤੁਸੀਂ ਪੰਜਾਬ ਦੇ ਜਿਹੜੀ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਵਿੱਚੋਂ ਸਾਰਥਕ ਪਹਿਲੂ ਇਹ ਆ ਕਿ ਭਾਈ ਸਮੁੱਚਾ ਡਾਟਾ ਪਹਿਲਾਂ ਸਾਹਮਣੇ ਆਵੇ। ਜਥੇਦਾਰ ਸਾਹਿਬ ਨੇ ਜਿਹੜੀ ਅਰਦਾਸ ਦੇ ਵਿੱਚ ਗੱਲ ਕੀਤੀ ਜੀ ਕਿ ਪੰਜਾਬੀਆਂ ਧੀਆਂ ਪੁੱਤਰਾਂ ਦਾ ਜਿਹੜਾ ਘਾਣ ਹੋਇਆ, ਹਿੰਦੂ ਸਿੱਖਾਂ ਦੀਆਂ ਲਵਾਰਸ ਲਾਸ਼ਾਂ ਜਿਹੜੀਆਂ ਪਰਿਵਾਰਾਂ ਨੂੰ ਨਹੀਂ ਮਿਲੀਆਂ, ਅਸੀਂ ਉਹਨਾਂ ਦੇ ਨਿਮਿਤ ਅਰਦਾਸ ਕਰਦੇ ਹਾਂ ਤੇ ਐਸਜੀਪੀਸੀ ਉਹ ਡਾਟਾ ਤਿਆਰ ਕਰੇ ਜੀ। ਸਹੀ। ਸ਼ਹੀਦੀ ਪੱਤਣ ਯਾਦਗਾਰ ਐਸਜੀਪੀਸੀ ਸਮਰੱਥ ਹੈ, ਜੇ ਚਾਹਵੇ ਤਾਂ ਆਪਣੇ ਹੀ, ਕਿਉਂਕਿ ਉਹ ਸੰਗਤ ਦਾ ਪੈਸਾ ਹੀ ਹੈ, ਰੁਪਈਆ ਚੜਿਆ ਵਾ, ਸਹੀ ਹੈ, ਉਹ ਚੋਂ ਬਣਾ ਸਕਦੀ ਹੈ। ਤੇ ਅਜਿਹੇ ਕਾਰਜ ਲਈ ਘਾਟ ਨਹੀਂ ਆਉਣ ਲੱਗੀ, ਬਿਲਕੁਲ ਸੰਗਤ ਮੂਹਰੇ ਆ ਕੇ ਦਾਨ ਕਰ ਦੂਗੀ। ਪਰ ਉਹਦੇ ਨਾਲੋਂ ਵੱਡਾ ਕਾਰਜ ਹੈ ਉਸ ਨੂੰ ਦਸਤਾਵੇਜ਼ੀ ਰੂਪ ਦੇ ਵਿੱਚ ਰਿਕਾਰਡ 'ਚ ਇਕੱਠਾ ਕਰਨਾ। ਸਹੀ ਹੈ, ਬਿਲਕੁਲ। ਧਾਮੀ ਸਾਹਿਬ, ਇਹ ਇੰਨਾ ਆਸਾਨ ਨਹੀਂਗਾ ਜਿੰਨਾ ਤੁਸੀਂ ਸਮਝ ਰਹੇ ਹੋ ਕਿ ਕੋਰਟਾਂ 'ਚ ਕੇਸ ਚੱਲਦੇ, ਅਸੀਂ ਕੇਸਾਂ ਦਾ ਰਿਕਾਰਡ ਕਢਾ ਲਾਂਗੇ, ਲਿਸਟ ਬਣ ਗਈ, ਬਾਕੀ ਸਾਨੂੰ ਆ ਕੇ ਦੱਸ ਦੇਣ। ਏਦਾਂ ਨਹੀਂ। ਇਹਨੂੰ ਇੰਨਾ ਉਹ ਨਾ ਲਓ ਕਿ ਅਗਲਾ ਆਪ ਆਵੇ ਤੁਹਾਨੂੰ ਦੱਸਣ। ਤੁਸੀਂ ਜਾਓ, ਪਿੰਡ ਪਿੰਡ ਘੁੰਮੋ, ਗਲੀ ਗਲੀ ਘੁੰਮੋ। ਪੰਜਾਬ ਪਿੰਡ ਆਧਾਰਿਤ ਸੂਬਾ ਹੈ। ਸਹੀ ਹੈ। ਜੇ ਪਿੰਡ ਦਾ ਕੋਈ ਪਰਿਵਾਰ ਸ਼ਹਿਰ 'ਚ ਜਾ ਕੇ ਬਸਿਆ, ਦੁਕਾਨ ਕਰ ਰਿਹਾ, ਕਾਰੋਬਾਰ ਕਰ ਰਿਹਾ, ਨੌਕਰੀ ਕਰ ਰਿਹਾ, ਤੇ ਉੱਥੇ ਘਟਨਾ ਵਾਪਰ ਗਈ, ਪਿੰਡ ਨੂੰ ਤਾਂ ਵੀ ਪਤਾ ਕਿ ਸਾਡਾ ਪਿੰਡ ਦਾ ਫਲਾਣਾ ਪਰਿਵਾਰ ਸੀ, ਉੱਥੇ ਗਿਆ ਸੀ, ਉਹਦੇ ਨਾਲ ਇਹ ਵਾਰਦਾਤ ਹੋਈ। ਸਹੀ ਹੈ। ਸਾਰਾ ਰਿਕਾਰਡ ਪਿੰਡਾਂ 'ਚੋਂ ਹੀ ਮਿਲ ਜਾਣਾ। ਸਹੀ ਹੈ। ਪਿੰਡਾਂ ਦੀਆਂ ਸੱਥਾਂ ਫਿਰਨੀਆਂ ਤੋਂ ਹੀ ਮਿਲ ਜਾਣਾ। ਮਾਈਆਂ ਭੈਣਾਂ ਦੀਆਂ ਉੱਥੇ ਜਿੱਥੇ ਬੈਠਦੀਆਂ ਨੇ ਬੀਬੀਆਂ, ਉੱਥੋਂ ਹੀ ਮਿਲ ਜਾਣਾ। ਉਹਨਾਂ ਦੀ ਤ੍ਰਿੰਜਣਾਂ 'ਚ ਜਾ ਕੇ ਬੈਠ ਲਓ, ਪਤਾ ਲੱਗ ਜਾਣਾ। ਪਰ ਉਹਦੇ ਲਈ ਉਦਮ ਕਰਨਾ ਪੈਣਾ। ਬਿਲਕੁਲ। ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਪਹਿਲਾਂ ਤਾਂ ਇੱਕ ਸਮੂਹਕ ਡਾਟਾ ਸਾਹਮਣੇ ਆਵੇ ਕਿ ਕਿੰਨਾ ਪੰਜਾਬ ਮਾਰਿਆ। ਜੇ ਖੜਕੂਆਂ ਨੇ ਮਾਰਿਆ ਤੇ ਪੁਲਿਸ ਨੇ ਉਹਨਾਂ ਦੇ ਕੋਰਟ ਕਚਹਿਰੀਆਂ 'ਚ ਉਹਨਾਂ ਦੇ ਖਿਲਾਫ ਸਾਬਤ ਕਰ ਲੈਂਦੇ ਕਿ ਹਾਂ ਭਾਈ ਆਹ ਘਟਨਾ ਆ, ਇਹਨਾਂ ਨੇ ਵੀ ਨੇ। ਪਰ ਤੁਸੀਂ ਤਾਂ ਉਹਨਾਂ ਤੋਂ ਵੀ ਵੱਡੇ ਆਪਣੇ ਆਪ ਨੂੰ ਅੱਤਵਾਦੀ ਸਾਬਤ ਕਰਨਾ ਸੀ ਪੁਲਿਸ ਨੇ। ਸਾਬਤ ਕਰਨੀ ਥੋੜੀ ਜਿਹੀ ਤਾਂ ਹੋੜ ਮੱਚ ਗਈ। ਤੁਸੀਂ ਤਾਂ ਫੀਤੀਆਂ ਲਵਾਉਣ ਦੇ ਲਈ, ਸਟਾਰ ਲਵਾਉਣ ਦੇ ਲਈ, ਤਗਮੇ ਲੈਣ ਦੇ ਲਈ, ਤਰੱਕੀਆਂ ਲੈਣ ਦੇ ਲਈ, ਜਿਹੜੇ ਖਾੜਕੂ ਸੀ ਉਹਨਾਂ ਦੇ ਵੀ ਝੂਠੇ ਮੁਕਾਬਲੇ ਕੀਤੇ, ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦੇ ਖਿਲਾਫ ਸਾਬਤ ਕਰਨ ਦੀ ਬਜਾਏ, ਜਿਹੜੇ ਨਹੀਂ ਸੀ ਤੁਹਾਨੂੰ ਤਰੱਕੀਆਂ ਇੰਨੀਆਂ ਭਾਉਣ ਲੱਗ ਪਈਆਂ ਕਿ ਤੁਸੀਂ ਜਿਹੜੇ ਨਹੀਂ ਸੀ ਉਹਨਾਂ ਨੂੰ ਵੀ ਚੱਕ ਕੇ ਖੜਕੂਆਂ ਦੇ ਨਾਂ ਤੇ ਸਾੜਿਆ, ਫੂਕਿਆ, ਮੁਕਾਬਲੇ ਬਣਾਏ ਤੇ ਰੋੜੇ। ਬਿਲਕੁਲ। ਪਰ ਤਾਂ ਵੀ ਪੁਲਿਸ ਵਾਲੇ ਵੀ ਮਰੇ। ਡਾਟਾ ਉਹਨਾਂ ਦਾ ਵੀ ਦਰਜ ਹੋਵੇ ਕਿ ਇਸ ਲਈ ਕੁੱਲ ਡਾਟਾ ਪੰਜਾਬ ਦੇ ਵਿੱਚੋਂ ਕੁੱਲ ਕਿੰਨੇ ਲੋਕ 80-90 ਦੇ ਦਹਾਕੇ ਦੇ ਵਿੱਚ ਮਾਰੇ ਗਏ, ਉਹ ਡਾਟਾ, ਉਹਦੇ ਵਿੱਚੋਂ ਕਿੰਨੇ ਖਾੜਕੂ ਸੀ, ਕਿੰਨੇ ਖਾੜਕੂ ਕਹਿ ਕੇ ਮਾਰੇ ਸੀ, ਕਿੰਨੇ ਆਮ ਲੋਕ ਮਾਰੇ ਸੀ, ਕਿੰਨੇ ਨੌਕਰੀ ਪੇਸ਼ੇ ਵਾਲੇ ਮਾਰੇ ਸੀ, ਕਿੰਨੇ ਪੁਲਿਸ ਵਾਲੇ ਸੀ, ਇੱਕੋ ਡਾਟਾ ਆਵੇ। ਫਿਰ ਉਹਦੇ ਵਿੱਚੋਂ ਕਿੰਨੇ ਸਿੱਖ ਪਹਿਲੂ ਦੇ ਉੱਤੇ ਸੀ, ਕਿੰਨੇ ਹਿੰਦੂ ਧਰਮ ਦੇ ਹਵਾਲੇ ਨਾਲ ਸੀ, ਕਿੰਨੇ ਹੋਰ ਧਰਮਾਂ ਦੇ ਹਵਾਲੇ ਨਾਲ ਸੀ, ਕਿੰਨੇ ਪਿੰਡਾਂ ਵਾਲੇ ਸੀ, ਕਿੰਨੇ ਸ਼ਹਿਰਾਂ ਵਾਲੇ ਸੀ, ਕਰ ਲਓ ਡਾਟਾ ਤਿਆਰ ਜੀ। ਇਹ ਬਹੁਤ ਜ਼ਰੂਰੀ ਹੈ ਅਗਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਕਿ ਅਸੀਂ ਆਪਣਾ ਇਤਿਹਾਸ ਸੰਭਾਲਿਆ, ਆਪਣੇ ਦਰਦ ਨੂੰ ਅਸੀਂ ਕਲਮਬੱਧ ਕੀਤਾ। ਜੇ ਇਹ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਸਾਨੂੰ ਸਵਾਲ ਕਰਨਗੀਆਂ। ਇਸ ਲਈ ਸ਼੍ਰੋਮਣੀ ਕਮੇਟੀ ਪਹਿਲ ਕਦਮੀ ਕਰੇ, ਵੱਡੀ ਧਿਰ ਹੈ, ਉਹਦੇ ਨਾਲ ਬਾਕੀ ਸੰਗਠਨ, ਬਾਕੀ ਧਿਰਾਂ, ਬਾਕੀ ਧਰਮ ਦੀਆਂ ਜਥੇਬੰਦੀਆਂ, ਨੁਮਾਇੰਦੀਆਂ ਸਾਰੀਆਂ ਨਾਲ ਆਉਣ ਕੇ ਅਸੀਂ ਮਿਲ ਕੇ ਕੰਮ ਕਰਦੇ ਹਾਂ ਜੀ। ਸਹੀ ਹੈ। ਇਹ ਕੰਮ ਹੋਣਾ ਚਾਹੀਦਾ। ਸੋ ਇਸ ਲਈ ਗੱਲ ਤਣ ਪੱਤਰ ਲੱਗਣ ਦੇ ਲਈ
ਵੱਡੇ ਉਦਮ ਦੀ ਲੋੜ ਹੈ, ਵੱਡੇ ਹਿੰਮਤ ਦੀ ਲੋੜ ਹੈ। ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਜੇ ਉਹ ਜਸਵੰਤ ਸਿੰਘ ਖਾਲੜਾ ਵਰਗਾ ਬੰਦਾ ਕਰ ਸਕਦਾ ਹੈ, ਇੱਕ ਬੰਦਾ ਆਪਣੇ ਦਮ ਤੇ ਉਸ ਬਲਦੀ ਅੱਗ ਦੇ ਵਿੱਚ ਹਿੰਮਤ ਕਰ ਸਕਦਾ ਹੈ, ਤੇ ਫਿਰ ਅੱਜ ਦੀ ਤਰ੍ਹਾਂ ਨੂੰ ਕਾਹਦਾ ਡਰ ਹੈ ਬਈ? ਸਹੀ ਹੈ। ਇਹੀ ਡਰ ਹੈ ਨਾ ਕਿ ਸਟੇਟ ਉਵੇਂ ਹੀ ਰਿਐਕਟ ਕਰਦੀ ਹੈ, ਤੇ ਫਿਰ ਤਕੜੀ ਧਿਰ ਬਣ ਕੇ ਪੂਰਾ ਪੰਜਾਬ ਦੀਆਂ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਆ ਜਾਣ ਨਾ ਸਾਹਮਣੇ ਕਿ ਅਸੀਂ ਕਰਦੇ। ਸੋ ਇਸ ਲਈ ਰਾਜਨੀਤਿਕ ਧਿਰਾਂ ਦੀ ਸੋਚ ਤੋਂ ਉੱਪਰ ਉੱਠ ਕੇ ਜੇ ਆਉਂਗੇ ਤਾਂ ਇਸ ਨੂੰ ਕਲਮਬੰਦ ਕਰ ਸਕੋਗੇ, ਨਹੀਂ ਤਾਂ ਰਾਜਨੀਤਿਕ ਧਿਰਾਂ ਦਾ ਪੰਜਾਬ 'ਚ ਉਹ ਵਰਗ ਵੰਡ ਪਾਉਣਾ ਚਾਹੁੰਦੀਆਂ ਜਿਹੜੀ 84 'ਚ ਵੀ ਨਹੀਂ ਪਈ। ਰਾਜਨੀਤਿਕ ਧਿਰਾਂ ਦੀ ਤੁਸੀਂ ਕੱਲ ਗੱਲ ਕੀਤੀ ਤਾਂ ਸੀ ਵੀ ਕਿਤੇ ਜਾ ਕੇ ਦਰੀ ਤੇ ਬੈਠਣ ਜੋਗੇ ਵੀ ਨਹੀਂ, ਤਾਂ ਵੀ ਕਿਤੇ ਪਿੰਡ 'ਚ ਫਿਲਮ ਲੱਗੀ ਆ, ਫਿਲਮ ਵਿੱਚੋਂ ਤਾਂ ਇਹਨਾਂ ਨੂੰ ਕੁਛ ਨਹੀਂ ਕਹਿੰਦੇ, ਲੋਕ ਉੱਥੇ ਡਲੇ ਥੱਲੇ ਰੱਖੀ ਥੋੜੋ ਬੈਠੇ ਨੇ, ਇਹਨਾਂ ਦੇ ਮਾਰਨਗੇ ਜਿਹੜੇ, ਇਹ ਤਾਂ ਉੱਥੇ ਵੀ ਨਹੀਂ ਜਾ ਸਕਦੇ, ਹਰੀਕੇ ਪੱਤਣ ਜਾਣਾ ਤਾਂ ਦੂਰ ਦੀ ਗੱਲ। ਇਹ ਬਿਲਕੁਲ ਬਹੁਤ ਵਾਜਬ ਸਵਾਲ ਆ ਸ਼ਰਮਾ ਜੀ, ਤੁਹਾਡਾ ਨੁਕਤਾ ਬਹੁਤ ਵੱਡਾ ਹੈ ਕਿ ਜੇਕਰ ਉਸ ਸਮੇਂ ਦੇ ਵਿੱਚ ਇੱਕ ਬੰਦਾ, ਇੱਕ ਵਿਅਕਤੀ ਵਿਸ਼ੇਸ਼ ਇਸ ਤਰ੍ਹਾਂ ਦਾ ਹਮਲਾ ਮਾਰ ਸਕਦਾ, ਹੁਣ ਤਾਂ ਤੁਹਾਡੇ ਕੋਲ ਸੰਸਥਾਵਾਂ ਨੇ, ਜੇ ਸਾਡੀ ਆਉਣ ਵਾਲੀ ਪੀੜ੍ਹੀ ਨੇ ਸਾਨੂੰ ਇੱਕੋ ਸਵਾਲ ਕਰ ਲਿਆ ਕਿ ਇੰਨੀ ਮੱਚਦੀ ਅੱਗ ਦੇ ਤੁਹਾਡੇ ਕੋਲ ਅੰਕੜੇ ਵੀ ਹੈ ਨਹੀਂਗੇ, ਤਾਂ ਅਸੀਂ ਕੀ ਕਵਾਂਗੇ ਉਹਨਾਂ ਨੂੰ? ਜੀ, ਅਗਲੀ ਗੱਲ ਕਰੀਏ ਕਾਂਗਰਸ ਦੇ ਕਾਟੋ ਕਲੇਸ਼ ਦੀ। ਸ਼ਰਮਾ ਜੀ ਕਹਿੰਦੇ ਵੜਿੰਗ ਨੂੰ ਖੁਦ ਹੀ ਛੱਡਣੀ ਪੈਣੀ ਹੈ ਪ੍ਰਧਾਨਗੀ, ਹਾਲਾਤ ਤੇ ਸਮੀਕਰਨ ਕੁਝ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ ਜੀ। ਦੇਖੋ, ਭੁਪੇਸ਼ ਬਘੇਲ ਤਾਂ ਆਪਣਾ ਉਹੀ ਰਾਗ ਅਲਾਪ ਰਹੇ ਨੇ ਅਜੇ ਵੀ ਜੀ। ਇੱਥੋਂ 5 ਦਿਨ ਦਾ ਨਿਬੇੜ ਕੇ ਦਿੱਲੀ ਗਏ ਤੇ ਕਹਿੰਦੇ ਜੀ ਹਾਈ ਕਮਾਨ ਬਘੇਲ ਤੋਂ ਵੀ ਨਾਰਾਜ਼ ਹੈ ਤੇ ਚੰਨੀ ਧੜੇ ਤੋਂ ਵੀ ਨਾਰਾਜ਼ ਹੈ ਜੀ। ਪਤਾ ਲੱਗ ਰਿਹਾ ਕਿ ਰਾਹੁਲ ਗਾਂਧੀ ਚੰਨੀ ਤੋਂ ਇਸ ਗੱਲੋਂ ਨਾਰਾਜ਼ ਨੇ ਕਿ ਪਿਛਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਸੀਂ ਤੁਹਾਡੀ ਅਗਵਾਈ 'ਚ ਚੋਣ ਲੜੀ ਸੀ ਜੀ, ਤੁਹਾਨੂੰ 2 ਥਾਵਾਂ ਤੋਂ ਟਿਕਟ ਵੀ ਦਿੱਤੀ, ਕੋਈ ਗੱਲ ਨਹੀਂ, ਨਤੀਜੇ ਹਾਰ ਵਾਲੇ ਆ ਗਏ, ਪਰ ਤੁਸੀਂ ਚੋਣ ਨਤੀਜਿਆਂ ਤੋਂ ਤੁਰੰਤ ਭੱਜੇ ਕਿਉਂ? ਇਸ ਗੱਲੋਂ ਕਹਿੰਦੇ ਰਾਹੁਲ ਗਾਂਧੀ ਨਾਰਾਜ਼ ਨੇ ਕਿ ਉਸ ਸਮੇਂ ਜਦੋਂ ਕਾਂਗਰਸ ਦਾ ਕੋਈ ਮੂਹਰੇ ਇੰਜਣ ਬਣਨ ਨੂੰ ਤਿਆਰ ਨਹੀਂ ਸੀ, ਰਾਜਾ ਵੜਿੰਗ ਨੇ ਤਦ ਸਾਂਭੀ, ਹੁਣ ਇਹਨਾਂ ਨੂੰ ਇੱਕਦਮ ਕਿਵੇਂ ਪਰੇ ਕਰਦੀ, ਦੁੱਧ ਚੋਂ ਬਾਲ ਮਾਂ ਕੱਢ ਕੇ ਕਿਵੇਂ ਛੱਡਦੀ ਹੈ। ਸੋ ਇਸ ਲਈ ਦੂਏ ਪਾਸੇ ਭੁਪੇਸ਼ ਬਘੇਲ ਤੇ ਕਹਿੰਦੇ ਕੇਸੀ ਵੇਣੂਗੋਪਾਲ ਹਰ ਹੀਲੇ ਰਾਜਾ ਵੜਿੰਗ ਨੂੰ ਬਚਾਉਣ 'ਚ ਲੱਗੇ। ਠੀਕ ਹੈ। ਪਰ ਮੱਲਕਾਰਜੁਨ ਖੜਗੇ ਕਹਿੰਦੇ ਕਿ ਜੇ ਪ੍ਰਧਾਨਗੀ ਉਹ ਬਚਾ ਲਈ ਤੇ ਪਾਰਟੀ ਨਾ ਬਚੀ, ਫਿਰ ਪ੍ਰਧਾਨਗੀ ਕੀ ਕਰਨੀ ਆ? ਤੇ ਉਹ ਕਹਿੰਦੇ ਵੀ ਪਾਰਟੀ ਨੂੰ ਬਚਾਉਣ ਦੇ ਲਈ ਜੇ ਕੋਈ ਸਖਤ ਫੈਸਲਾ ਲੈਣਾ ਪੈਂਦਾ ਹੁੰਦਾ ਲਈਦਾ ਹੁੰਦਾ। ਜੀ ਜੀ। ਉਹ ਰਾਜਾ ਵੜਿੰਗ ਨੂੰ ਹਟਾਉਣ ਦੇ ਹੱਕ 'ਚ ਨੇ, ਤੇ ਰਾਹੁਲ ਗਾਂਧੀ ਕਹਿੰਦੇ ਹਟਾ ਲਓ ਪਰ ਮੈਂ ਚੰਨੀ ਰੰਧਾਵੇ ਨੂੰ ਪ੍ਰਧਾਨ ਨਹੀਂ ਬਣਾਉਣਾ। ਠੀਕ ਹੈ। ਤੇ ਇੱਧਰ ਚਰਨਜੀਤ ਚੰਨੀ ਉਹਨਾਂ ਪਾਸੇ ਜੋ ਸੁਣੋ, ਕਹਿੰਦੇ ਅਸੀਂ ਪ੍ਰਧਾਨਗੀ ਮੰਗਿਓ ਕਦ? ਅਸੀਂ ਤਾਂ ਇਹੀ ਕਿਹਾ ਕਿ ਰਾਜਾ ਵੜਿੰਗ ਨੂੰ ਹਟਾ ਦਿਓ। ਬਸ ਪਹਿਲਾਂ ਇੱਕ ਨੂੰ ਕਹਿੰਦੇ ਸੀ, ਹੁਣ 2 ਨੂੰ ਕਹਿੰਦੇ ਆ ਕਿ ਜਦੋਂ ਤੱਕ ਭੁਪੇਸ਼ ਬਘੇਲ ਨੂੰ ਹਟਾਉਣਾ ਤਦ ਤੱਕ ਵੀ ਨਹੀਂ ਅਸੀਂ ਕੰਮ ਕਰਦੇ। ਹੁਣ ਤਾਂ ਦੋਵਾਂ ਨੂੰ ਤੋੜ ਕੇ ਹਟਾਂਗੇ। ਉਹ ਇਸ ਗੱਲ ਤੇ ਅੜੇ ਨੇ। ਯਾਦ ਹੋਣਾ ਤੁਹਾਡੇ ਦਰਸ਼ਕਾਂ ਸਰੋਤਿਆਂ ਦੇ ਕਿ ਆਪਾਂ ਹਫ਼ਤਾ ਖੰਡ ਪਹਿਲਾਂ ਇੱਕ ਖਬਰ ਕੀਤੀ ਸੀ ਕਿ ਚੰਨੀ ਤੇ ਵੜਿੰਗ ਦੀ ਲੜਾਈ ਦੇ ਵਿੱਚੋਂ ਬਾਜਵਾ ਦਾ ਆਉਣ ਨੂੰ ਫਿਰਦੇ। ਹਾਂਜੀ ਕੀਤੀ ਸੀ, ਬਿਲਕੁਲ ਯਾਦ ਆ। ਤੇ ਉਹ ਆਪਾਂ ਵਰਤਾਰਾ ਦੇਖਿਆ ਵੀ ਕਿ ਭੁਪੇਸ਼ ਬਘੇਲ ਦੀ ਪੂਰੀ ਫੇਰੀ ਦੇ ਵਿੱਚ ਸਾਊ ਪੁੱਤ ਬਣ ਕੇ ਕਾਂਗਰਸ ਦਾ ਪ੍ਰਤਾਪ ਬਾਜਵਾ ਵਿਚਰਿਆ। ਸਹੀ ਕਿ ਨਾ ਮੈਂ ਉਹਦੇ ਖਿਲਾਫ, ਨਾ ਮੈਂ ਉਹਦੇ ਖਿਲਾਫ, ਨਾ ਮੈਂ ਇਹਦੇ ਨਾਲ, ਨਾ ਮੈਂ ਉਹਦੇ ਨਾਲ, ਮੈਂ ਤਾਂ ਹਾਂਜੀ ਮੈਂ ਤਾਂ ਹਾਈ ਕਮਾਂਡ ਮੈਂ ਏਕਾ ਕਰਾ ਰਿਹਾ ਜੀ, ਮੈਂ ਦੇਖੋ ਜੀ ਐਂ ਕੋਸ਼ਿਸ਼ ਕਰ ਰਿਹਾ। ਜਦੋਂ ਬਘੇਲ ਦੀ ਮੀਟਿੰਗ ਵੀ ਹੋਈ ਚੰਨੀ ਧੜੇ ਨਾਲ ਤਾਂ ਉਹਦੇ ਵਿੱਚ ਹੂੰ ਹਾਂ ਹੀ ਕੀਤੀ, ਕੋਈ ਨੁਕਤਾ ਨਹੀਂ ਬੋਲਿਆ ਕਿ ਮੇਰੇ ਮੂੰਹ ਚੋਂ ਕੋਈ ਨਿਕਲ ਨਾ ਜਾਵੇ। ਸਹੀ ਹੈ। ਤੇ ਕਹਿੰਦੇ ਤਰਸ ਦੇ ਆਧਾਰ ਤੇ ਵੀ ਪ੍ਰਧਾਨ ਬਣਨ ਦੀ ਦੌੜ 'ਚ ਹੈ ਪ੍ਰਤਾਪ ਬਾਜਵਾ। ਸਹੀ ਹੈ। ਉਹ ਕਹਿੰਦਾ ਵੀ ਪਹਿਲਾਂ ਵੀ ਮੈਂ ਪ੍ਰਧਾਨ ਸੀ, ਤੁਸੀਂ ਹਟਾ ਕੇ ਆਈ, ਕੈਪਟਨ ਨੂੰ ਮੂਹਰੇ ਲਾਤਾ, ਬਣੀ ਬਣਾਈ ਖੀਰ ਉਹਨੂੰ ਦੇਤੀ, ਹੈ ਨਾ ਜੀ। ਤੇ ਜਦੋਂ ਕਿ ਉਹ ਅਗਲੇ ਕਹਿੰਦੇ ਵੀ ਨਹੀਂ ਕੈਪਟਨ ਦਾ ਔਰਾ ਸੀ ਤਾਂ ਬਣ ਗਈ, ਨਹੀਂ ਤਾਂ ਉਹ ਵੀ ਖੀਰ ਮਿਲਣੀ ਸੀ ਆਪਾਂ ਨੂੰ। ਤੇ ਹੁਣ ਪ੍ਰਤਾਪ ਬਾਜਵਾ ਫਿਰ ਕਹਿੰਦਾ ਜੀ ਮੈਂ ਤਾਂ ਫਿਰ ਸਾਈਡ ਲਾਈਨ ਬੈਠਾ ਜੀ, ਦੱਸੋ ਮੈਂ ਤਾਂ ਕਦੇ ਕੋਈ ਪਾਰਟੀ ਦੇ ਉਲਟ ਨਹੀਂ ਗਿਆ ਜੀ, ਕੁਛ ਨਹੀਂ ਗਿਆ, ਮੈਂ ਜਸਮੈਨ ਹੈ ਜੀ। ਇਸ ਲਈ ਕਹਿੰਦੇ ਕਿ ਕੱਲ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਹੋ ਲਈ ਜੀ ਪ੍ਰਤਾਪ ਬਾਜਵੇ ਜੀ ਜੀ। ਤੇ ਪ੍ਰਤਾਪ ਬਾਜਵੇ ਦੀ ਮੁਲਾਕਾਤ ਤੋਂ ਬਾਅਦ ਉਰੇ ਆ ਕੇ ਚੰਨੀ ਨਾਲ ਵੀ ਮੀਟਿੰਗ ਹੋ ਲਈ। ਚੰਨੀ ਨੂੰ ਬੁਲਾਇਆ ਜਾਂ ਚੰਨੀ ਆਪ ਕਰੇਗੇ ਜਾਂ ਹਾਈ ਕਮਾਂਡ ਦਾ ਸੰਨਿਆਸ ਕੇ ਜਾ ਕੇ ਮਿਲੋ, ਪਹਿਲਾਂ ਉੱਥੋਂ ਹਮ ਹੀ ਕਰਾ ਲਓ, ਸਾਨੂੰ ਫਿਰ ਇਹ ਨਾ ਹੋ ਕਹਿਣ ਕਿ ਤੁਹਾਨੂੰ ਵੀ ਨਹੀਂ ਬਣਾਉਣਾ। ਸੋ ਕੀ ਇਹ ਹੁਣ ਪ੍ਰਤਾਪ ਬਾਜਵਾ ਦੌੜ 'ਚ ਨੇ, ਔਰ ਉਹਦਾ ਕਾਰਨ ਇਹ ਵੀ ਹੈ ਕਿ ਜੇ ਵੜਿੰਗ ਨੂੰ ਹਟਾ ਕੇ ਰਾਣਾ KP ਨੂੰ ਜਾਂ ਮਤਲਬ ਕਿ ਉਹਨੂੰ ਬਣਾਉਣੇ ਆ ਆਪਾਂ ਬਲਜਿੰਦਰ ਸਿੰਘਲਾ ਨੂੰ, ਤਾਂ ਫਿਰ ਸੁਨੇਹਾ ਫਿਰ ਜਾਊਗਾ ਦੇਖੋ ਜੀ ਜੱਟ ਸਿੱਖ ਹਟਾ ਕੇ ਉਹਨੂੰ ਬਣਾਤਾ, ਇਸ ਲਈ ਜੱਟ ਸਿੱਖ ਦੀ ਥਾਂ ਜੱਟ ਸਿੱਖੇ ਬਣਾ ਦਿਓ, ਪ੍ਰਤਾਪ ਬਾਜਵਾ ਬਣਾ ਲਓ। ਸਹੀ ਹੈ। ਇਹ ਨੁਕਤਾ। ਤੇ ਰਾਜਾ ਵੜਿੰਗ ਕੋਲ ਇੱਕੋ ਇੱਕ ਫਾਰਮੂਲਾ ਕਿ ਜੀ ਮੇਰੇ ਲਈ ਪਾਰਟੀ ਵੱਡੀ, ਮੈਂ ਰਾਹੁਲ ਦਾ ਸਿਪਾਹੀ ਜੀ, ਮੈਂ ਕਾਂਗਰਸ ਦਾ ਸਿਪਾਹੀ ਜੀ, ਪਾਰਟੀ ਦੀ ਏਕੇ ਲਈ ਜੇ ਮੈਨੂੰ ਪ੍ਰਧਾਨਗੀ ਛੱਡਣੀ ਪੈਂਦੀ ਮੈਂ ਛੱਡ ਦੇਣਾ ਜੀ, ਉਹਨੂੰ ਇਹ ਸਕ੍ਰਿਪਟ ਕਰਕੇ ਦਿੱਤੀ ਜਾਊਗੀ ਤੇ ਉਹ ਇਹ ਸਕ੍ਰਿਪਟ ਦਾ ਅਸਤੀਫਾ ਦਊਗਾ। ਪਰ ਇਹ ਸਭ ਦੇ ਵਿੱਚ ਕਹਿੰਦੇ ਬਘੇਲ ਨੂੰ
ਬਘੇਲ ਨੇ ਰਿਪੋਰਟ ਸੌਂਪੀ ਸੀ ਕੇਸੀ ਵੇਣੂਗੋਪਾਲ ਨਾਲ ਠੀਕ ਹੈ ਜੀ। ਮਿਲ ਕੇ, ਤੇ ਪਰ ਉਹ ਤੋਂ ਬਾਅਦ ਬਘੇਲ ਨੂੰ ਤਲਬ ਕਰ ਲਿਆ ਪ੍ਰਧਾਨ ਖੜਗੇ ਨੇ, ਤੇ ਕਹਿੰਦੇ ਉਹਦੀ ਵੀ ਚੰਗੀ ਕਲਾਸ ਲੱਗੀ ਆ। ਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਆਖਰ ਰਾਹੁਲ ਗਾਂਧੀ ਦੀ ਕਚਹਿਰੀ 'ਚ ਕੀ ਫੈਸਲਾ ਹੁੰਦਾ। ਕੀ ਚੰਨੀ ਧੜੇ ਨੂੰ ਮਿਲਣ ਤੋਂ ਪਿੱਛੇ ਹਟ ਰਹੇ ਨੇ ਰਾਹੁਲ ਗਾਂਧੀ ਕਿ ਮੈਂ ਨਹੀਂ ਮਿਲਣਾ? ਇਹ ਨਾਰਾਜ਼ਗੀ ਇਸ ਤਰੀਕੇ ਨਾਲ ਪ੍ਰਗਟਾਈ ਜਾ ਰਹੀ ਹੈ ਕਿ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਜਾਂ ਕੁਝ ਨਹੀਂ ਰਲਣਗੇ, ਇਕੱਲਾ ਪ੍ਰਧਾਨ ਬਦਲ ਕੇ ਕਹਿਣਗੇ ਕਿ ਜਾਓ ਹੁਣ ਕੰਮ ਕਰੋ। ਸੋ ਜਾਂ ਫਿਰ ਚੰਨੀ ਧੜੇ ਨੇ ਜਿਹੜਾ ਇਹ ਰਾਹ ਅਖਤਿਆਰ ਕਰ ਲਿਆ ਕਿ ਬੜਿੰਗ ਨਹੀਂ ਜੀ, ਉਹਨੂੰ ਵੀ ਹਟਾਓ, ਨਾਲੇ ਭੁਪੇਸ਼ ਬਘੇਲ ਨੂੰ ਵੀ। ਸੋ ਇਹਦੇ ਨਾਲ ਕੀ ਉਹ ਵੱਡੀ ਲੜਾਈ ਅਜੇ ਵਿੱਢਣ ਜਾ ਰਹੇ ਨੇ। ਸੋ ਕਾਂਗਰਸ ਦਾ ਘਾਟੋ ਕਲੇਸ਼ ਅਜੇ ਨਿਬੜਿਆ ਨਹੀਂ। ਇਹ ਫਰਕ ਹੈ ਨਹੀਂ ਹੈ ਚੰਡੀਗੜ੍ਹ ਤੋਂ ਸ਼ਿਫਟ ਹੋ ਕੇ ਕਦੇ ਦਿੱਲੀ ਚਲਾ ਜਾਂਦਾ, ਦਿੱਲੀ ਤੋਂ ਚੰਡੀਗੜ੍ਹ ਆ ਜਾਂਦਾ, ਹੁਣ ਫਿਰ ਦਿੱਲੀ ਗਿਆ। ਸੋ ਇਹ ਉਹ ਜੰਮੂ ਕਸ਼ਮੀਰ ਵਾਂਗ ਜਿਵੇਂ ਰਾਜਧਾਨੀ ਬਦਲਦੀ ਸੀ ਨਾ 6 ਮਹੀਨੇ ਬਾਅਦ ਉਹਨਾਂ ਦੀ, ਹੈ ਨਾ, ਉਹ ਉਵੇਂ ਚੱਲ ਰਿਹਾ ਕਾਂਗਰਸ ਦਾ, ਇੱਥੋਂ ਉੱਥੇ ਤੇ ਉੱਥੋਂ ਇੱਥੇ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ, ਕਹਿੰਦੇ ਮੌਨਸੂਨ ਸੈਸ਼ਨ ਦੇ ਵਿੱਚ ਬੇਅਦਬੀ ਰੋਕੂ ਜਿਹੜਾ ਐਕਟ ਉਹਦੇ ਵਿੱਚ ਸੋਧ ਕਰ ਲਏਗੀ ਜੀ। ਪ੍ਰਵੀਨ ਜੀ, ਆਪਾਂ ਕੱਲ ਗੱਲ ਕਰ ਰਹੇ ਸੀ ਕਿ ਪੰਜਾਬ ਸਰਕਾਰ ਲਗਭਗ ਮਨ ਬਣਾ ਚੁੱਕੀ ਆ ਜੀ ਕਿ ਅਸੀਂ ਹੁਣ ਇਸ ਐਕਟ 'ਚ ਸੋਧ ਕਰਾਂਗੇ, ਔਰ ਉਹਦੇ ਲਈ ਉਹਨਾਂ ਨੇ ਖਰੜੇ ਦਾ ਜਿਹੜਾ ਨਵਾਂ ਰੂਪ ਜਿਹਦੇ ਵਿੱਚ ਕਿਹਾ ਜਾ ਰਿਹਾ 52 ਅੱਖਰਾਂ ਦਾ ਮਸਲਾ ਕਸਟੋਡੀਅਨ ਵਾਲਾ ਪਹਿਲੂ ਹੈ, ਕੁਝ ਹੋਰ ਨੁਕਤੇ ਨਿਗਾਹ ਨੇ ਜਿਹੜੇ ਖਾਸ ਕਰਕੇ ਕਾਨੂੰਨੀ ਤਕਨੀਕੀ ਪੱਖ ਤੋਂ, ਉਹਨਾਂ ਨੂੰ ਦੁਰਸਤ ਕਰਕੇ ਉਹ ਖਰੜੇ ਨੂੰ ਦੁਬਾਰਾ SGPC ਨਾਲ ਬਾਚਣਗੇ, ਕੁਝ ਸਿੱਖ ਵਿਦਵਾਨਾਂ ਨਾਲ ਇਸ ਵਾਰ ਬਾਚਣਗੇ, ਇਹ ਤੈਅ ਹੋਇਆ। ਤੇ ਇਹਦੇ ਲਈ ਮੰਨਿਆ ਜਾ ਰਿਹਾ ਕਿ ਜਥੇਦਾਰ ਸਾਹਿਬ ਨੇ ਜਦੋਂ ਪਿਛਲੇ ਮਹੀਨੇ ਬੁਲਾਏ ਸੀਗੇ ਜੂਨ ਦੇ ਆਖਰੀ ਹਫ਼ਤੇ ਦੇ ਵਿੱਚ, ਤੇ ਉਹਦੇ ਹਿਸਾਬ ਨਾਲ 26-27 ਜੁਲਾਈ ਤੱਕ ਮਹੀਨਾ ਪੂਰਾ ਹੁੰਦਾ, ਉਹਨੇ ਮਹੀਨੇ ਦਾ ਅਲਟੀਮੇਟਮ ਦਿੱਤਾ ਸੀ। ਠੀਕ ਹੈ, ਕਿ ਮਹੀਨੇ 'ਚ ਸੋਧ ਕਰੋ। ਤੇ ਹੁਣ ਜੇ ਤਾਂ ਮਹੀਨੇ 'ਚ ਕਰਨਾ, ਫਿਰ ਤਾਂ 25-26 ਜੁਲਾਈ ਦੇ ਨੇੜੇ ਆਖਰੀ ਹਫ਼ਤੇ ਦੇ ਵਿੱਚ ਸੈਸ਼ਨ ਬੁਲਾਉਣਾ ਪੈਣਾ। ਫਿਰ ਉਹ ਕਹਿੰਦੇ ਵਿਸ਼ੇਸ਼ ਸੈਸ਼ਨ 1 ਜਾਂ 2 ਦਿਨ ਦਾ ਬੁਲਾਉਣਾ ਪਊਗਾ। ਉਹਦੀ ਬਜਾਏ ਸਰਕਾਰ ਜਾਂ ਭਗਵੰਤ ਮਾਨ ਹੋਰੀ ਚਾਹੁੰਦੇ ਨੇ ਕਿ ਆਪਾਂ ਮਾਨਸੂਨ ਸੈਸ਼ਨ ਬੁਲਾ ਲਈਏ, ਉਹ 'ਚ ਬਾਕੀ ਕੰਮ ਵੀ ਨਿਬੇੜ ਲਈਏ ਤੇ ਆਪਣਾ ਆ ਵੀ ਇਹ 'ਚ ਵੀ ਸੋਧ ਕਰ ਲਈਏ। ਫਿਰ ਉਹ ਕਹਿੰਦੇ ਕਿ ਇਹਦੇ ਲਈ ਫਿਰ ਇਹ ਹੋਊਗਾ ਕਿ ਮਹੀਨੇ ਦਾ ਅਲਟੀਮੇਟਮ, ਫਿਰ ਨਾ ਕੋਈ ਸਵਾਲ ਆ ਜਾਵੇ। ਉਹ ਕਹਿੰਦੇ ਆਪਾਂ ਕੈਬਨਿਟ ਦੀ ਬੈਠਕ ਬੁਲਾ ਲਓ, ਉਹਦੇ ਵਿੱਚ ਫੈਸਲਾ ਕਰ ਲਓ ਕਿ ਆਪਾਂ ਸੋਧ ਕਰਨੀ ਹੈ, ਤਰੀਕ ਐਲਾਨ ਦਿਓ, ਜੱਦਰ ਸਾਹਿਬ ਨੂੰ ਸੁਨੇਹਾ ਪਹੁੰਚ ਜੂਗਾ ਜੀ ਕਿ ਅਸੀਂ ਤੈਅ ਕਰ ਲਿਆ ਜੀ ਕਰਨਾ। ਠੀਕ ਹੈ, ਤੇ ਇਹਦੇ ਨਾਲ ਸੋ ਇਹ ਤਰੀਕਾਕਾਰ ਅਪਣਾਇਆ ਜਾ ਰਿਹਾ। ਹੁਣ ਇਹਦੇ ਵਿੱਚੋਂ ਆਉਂਦੇ ਸਮੇਂ ਦੇ ਵਿੱਚ ਦੇਖਦੇ ਹਾਂ ਤਰੀਕ ਕਦੋਂ ਆਉਂਦੀ ਹੈ, ਕਿ ਪਹਿਲਾਂ ਕੈਬਨਿਟ ਦੀ ਬੈਠਕ ਤੇ ਫਿਰ ਮੰਨਿਆ ਜਾ ਰਿਹਾ ਕਿ 15 ਅਗਸਤ ਤੋਂ ਪਹਿਲਾਂ ਮਾਨਸੂਨ ਸੈਸ਼ਨ ਨਿਬੇੜ ਲਿਆ ਜਾਊਗਾ, ਕਿਉਂਕਿ ਕੇਂਦਰ ਵਾਲਾ ਵੀ 13 ਤਰੀਕ ਨੂੰ ਨਿਬੜ ਜਾਣਾ, ਲਗਭਗ 13 ਅਗਸਤ ਨੂੰ ਜੀ। ਸੋ ਇਸ ਲਈ ਇਹ ਸ਼ਾਇਦ ਪਹਿਲੇ ਜਾਂ ਦੂਜੇ ਹਫ਼ਤੇ, 1 ਹਫ਼ਤੇ ਦਾ ਉਹੀ ਤਰੀਕਾਕਾਰ ਜਿਹਾ ਹੁੰਦਾ ਕਿ ਵੈਸੇ ਤਾਂ ਆਮ ਤੌਰ ਦੇ ਉੱਤੇ ਕਿ ਸ਼ੁੱਕਰਵਾਰ ਨੂੰ ਬੁਲਾ ਲਓ, ਸ਼ਨੀ ਐਤਵਾਰ ਛੁੱਟੀ ਕਰ ਲਓ, ਫਿਰ ਅਗਲੇ 3 ਦਿਨ ਹੋਰ ਕਰ ਲਓ, ਕਹਿਣ ਨੂੰ ਐ ਲੱਗੇ ਹਫ਼ਤੇ ਦਾ। ਸੋ ਉਹ ਚਲੋ ਜੋ ਵੀ ਹੋਊਗਾ, ਤੇ ਉਹ ਬੁਲਾ ਕੇ ਉਹਦੇ ਵਿੱਚ ਇਹਨੂੰ ਸੋਧ ਕਰਨਗੇ, ਇਹ ਪੱਕਾ ਹੋ ਗਿਆ ਜੀ। ਪਰ ਕੀ ਇਹ ਸਿਰਫ ਸੋਧ ਤੱਕ ਦਾ ਮਸਲਾ ਹੈ ਜਾਂ ਆਪਣੀ ਖਲਾਸੀ ਤੱਕ ਦਾ ਪਹਿਲੂ ਵੀ ਹੈ? ਕਿਉਂਕਿ ਉਧਰੋਂ ਤਾਂ ਹਰਿਆਣਾ ਪੁਲਿਸ ਵਾਲੇ ਤਾਂ ਹੁਣ ਮੂੰਹ ਨਹੀਂ ਕਰ ਰਹੇ, ਇੱਧਰ ਦੇ ਇਹਨਾਂ ਦੇ ਅਫਸਰਾਂ ਅਧਿਕਾਰੀਆਂ ਤੱਕ ਜਿਹੜਾ ਲੱਗਦਾ ਸੀਗਾ ਕਿ ਸਰਕਾਰ ਘਿਰ ਗਈ, ਉਧਰ ਦਾ ਟਿਕਟਕਾ ਹੋ ਗਿਆ ਕਿ ਉਹ ਅਮਿਤ ਸ਼ਾਹ ਦੇ ਕਹੇ ਤੇ ਹੋਇਆ, ਕਿਹਦੇ ਕਹੇ ਤੇ ਹੋਇਆ, ਤਾਂ ਉਹ ਜਾਣਨ। ਪਰ ਕੀ ਉਹ ਟਿਕਟਕਾ ਇੱਧਰੋਂ ਵੀ ਕਰਨ ਦੀ ਕਵਾਇਦ ਹੈ ਕਿ ਜੀ ਅਸੀਂ ਤੁਹਾਡੇ ਹੁਕਮਾਂ ਤੇ ਫੁੱਲ ਚੜਾ ਕੇ ਇਹ 'ਚ ਸੋਧ ਕਰ ਦਿੰਦੇ ਹਾਂ, ਤੁਸੀਂ ਵੀਡੀਓ ਕਾਂਡ ਵਾਲੇ ਮਾਮਲੇ ਤੇ ਮਿੱਟੀ ਪਵਾ ਦਿਓ। ਸੋ ਕੀ ਉੱਥੇ ਵੀ ਕੋਈ ਰਾਹ ਕੱਢਿਆ ਜਾਊਗਾ? ਪਰ ਇੱਥੇ ਉਵੇਂ ਮਿੱਟੀ ਨਹੀਂ ਪੈਣੀ, ਮੈਨੂੰ ਲੱਗਦਾ ਇੱਥੇ ਇੱਕ ਵਾਰ ਪੇਸ਼ ਹੋਣਾ ਪੈ ਸਕਦਾ ਭਗਵੰਤ ਮਾਨ। ਸਹੀ ਜੀ। ਤੇ ਜਾਂਦੇ ਗੱਲ ਕਰੀਏ ਭਾਜਪਾ ਦੀ ਪੋਲਿਟਿਕਸ ਦੇ ਬਾਰੇ, ਕਹਿੰਦੇ ਅਮਿਤ ਸ਼ਾਹ ਦੇ ਉਪ ਪ੍ਰਧਾਨ ਮੰਤਰੀ ਬਣਨ ਦੇ ਚਰਚੇ ਚੱਲ ਪਏ ਨੇ ਜੀ। ਦੇਖੋ, ਇਸ ਸਮੇਂ ਜੇ ਸਰਕਾਰ ਦੇ ਵਿੱਚ ਕੋਈ 2 ਤਾਕਤਵਰ ਧਿਰਾਂ ਨੇ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਜੀ। ਬਿਲਕੁਲ, ਬੇਸ਼ੱਕ ਉਹਨਾਂ ਨੂੰ ਕਿਹਾ ਜਾਂਦਾ ਕਿ ਕਾਰਪੋਰੇਟ ਘਰਾਣੇ ਵਾਲੇ ਚਲਾਉਂਦੇ ਨੇ, ਵਾਨੀ ਡਾਨੀ ਚਲਾਉਂਦੇ ਨੇ, ਪਰ ਫਿਰ ਵੀ ਸਰਕਾਰ ਨੂੰ ਚਲਾਉਣ ਦੇ ਵਿੱਚ ਜਾਂ ਕੋਈ ਫੈਸਲਾ ਕੁਲ ਸਥਿਤੀ ਜੇ ਕੋਈ ਦਿਖਦੇ ਨੇ ਤਾਂ ਮੰਤਰੀਆਂ 'ਚ ਕੋਈ ਨਹੀਂ ਮੰਤਰੀ ਦਿਖਦਾ, ਕੋਈ ਪਾਰਟੀ ਦਾ ਨੁਮਾਇੰਦਾ ਨਹੀਂ ਦਿਖਦਾ, ਕੋਈ ਸਰਕਾਰ ਦਾ ਇਹੋ ਜਿਹਾ ਅਫਸਰ ਅਧਿਕਾਰੀ ਨਹੀਂ ਦਿਖਦਾ, ਹੈ ਨਾ, ਕੋਈ ਪੈਰਲਰ ਹੋਰ। ਮਤਲਬ ਕਿ ਕੁੱਲ ਮਿਲਾ ਕੇ ਸਿਰਫ 2 ਬੰਦੇ ਫੈਸਲਾ ਕੁਲ ਸਥਿਤੀ ਦਿਖਦੇ ਨੇ, ਉਹ ਨੇ ਮੋਦੀ ਤੇ ਅਮਿਤ ਸ਼ਾਹ ਜੀ। ਤੇ ਇਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੇ ਐਡੇ ਤਾਕਤਵਰ ਹੋ ਕੇ ਵੀ ਉਹ ਉਪ ਪ੍ਰਧਾਨ ਮੰਤਰੀ ਦਾ ਉਹਦਾ ਚਾਹੁੰਦੇ ਨੇ, ਇਹਦਾ ਮਤਲਬ ਇਹ ਇਸ ਵਾਰ ਦਾ ਮਸਲਾ ਜਾਂ ਅਗਲੀ ਵਾਰ ਦਾ ਮਸਲਾ? ਕੋਈ ਸੰਵਿਧਾਨਕ ਅਹੁਦਾ ਨਹੀਂ ਹੈਗਾ ਉਪ ਪ੍ਰਧਾਨ ਮੰਤਰੀ ਦਾ। ਸਹੀ ਹੈ, ਜਿਵੇਂ ਉਪ ਮੁੱਖ ਮੰਤਰੀ, ਉਪ ਪ੍ਰਧਾਨ ਮੰਤਰੀ, ਕੋਈ ਸੰਵਿਧਾਨਕ ਸਿਰਫ ਫੱਟਾ ਲੱਗਦਾ, ਇਹ ਤੋਂ ਵੱਧ ਕੇ ਕੁਛ ਨਹੀਂਗਾ ਜੀ। ਇਸ ਤੋਂ ਪਹਿਲਾਂ ਦੇਵੀ ਲਾਲ ਹੋਰੀ ਰਹੇ ਨੇ, ਹਾਂਜੀ, ਵਾਜਪਾਈ ਸਰਕਾਰ, ਸ਼ਾਇਦ ਅਡਵਾਨੀ ਰਹੇ ਨੇ। ਮਤਲਬ ਇਹਦਾ ਮਤਲਬ ਉਪ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਜਾਂ ਇੱਛਾ ਅਮਿਤ ਸ਼ਾਹ ਦਾ ਕੋਈ ਇਹ ਨਹੀਂਗਾ ਕਿ ਇਹਦੇ ਨਾਲ ਕੁਝ ਹਾਸਲ ਕਰਨਾ ਇਹ ਹੈ ਕਿ ਕਤਾਰ 'ਚ ਖੜੇ ਹੋਣਾ ਕਿ ਮੋਦੀ ਜੀ ਜੇ ਕੁਰਸੀ ਤੋਂ ਉਤਰੇ ਤਾਂ ਅਗਲਾ ਦਾਅਵੇਦਾਰ ਮੈਂ। ਸਹੀ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਅਮਿਤ ਸ਼ਾਹ ਨੇ ਇੱਕ ਸੁਨੇਹਾ ਆਪਣੇ ਪਾਰਟੀ ਪੱਧਰ ਤੇ ਛੱਡ ਦਿੱਤਾ ਹੈ
ਹੂੰ ਕਿ ਜੀ ਨਰਿੰਦਰ ਮੋਦੀ ਚਾਹੇ ਅਗਲੇ 10 ਸਾਲ ਰਾਜ ਕਰਨ, ਮੈਨੂੰ ਕੋਈ ਉਹ ਨਹੀਂਗਾ, ਹੂੰ ਪਰ ਇਹਨਾਂ ਦੇ ਜਾਣ ਤੋਂ ਬਾਅਦ ਉੱਤਰਾਧਿਕਾਰੀ ਮੈਂ ਹੂੰ। ਅੱਛਾ ਠੀਕ ਆ। ਉਹਦਾ ਕਾਰਨ ਤੁਹਾਡੇ ਧਿਆਨ ਚ ਹੋਣਾ ਕਿ ਨਰਿੰਦਰ ਮੋਦੀ ਹੋਰੀ ਲਗਾਤਾਰ 3 ਵਾਰ ਮਤਲਬ ਸੀਐਮ ਰਹੇ ਗੁਜਰਾਤ ਦੇ। ਹੂੰ ਉੱਥੋਂ ਇਹਨਾਂ ਦਾ ਵੱਡੇ ਲੀਡਰ ਦਾ ਦਾਅਵਾ ਬਣਿਆ ਹੂੰ ਤੇ ਉਸ ਦਾਅਵੇ ਨੂੰ ਇਸ ਤਰੀਕੇ ਨਾਲ ਸਾਹਮਣੇ ਲਿਆਂਦਾ ਤੇ ਲਗਾਤਾਰ ਹੁਣ ਤੀਜੀ ਵਾਰ ਕੇਂਦਰ ਚ ਪ੍ਰਧਾਨ ਮੰਤਰੀ ਨੇ। ਤਰੀਕਾ ਕਿਹੜਾ ਸਰਕਾਰ ਆਉਣ ਦਾ, ਕਿਵੇਂ ਆਈ ਆ, ਉਹ ਆਪਾਂ ਉਹਦੇ ਤੇ ਗੱਲ ਨਹੀਂ ਕਰ ਰਹੇ। ਜੀ 3 ਵਾਰ ਬਣੇ। ਹੂੰ ਹੁਣ ਉਸ ਤਹਿਤ ਫਿਰ ਦੇਖਿਆ ਜਾ ਰਿਹਾ ਸੀ ਕਿ ਸ਼ਿਵਰਾਜ ਚੌਹਾਨ ਦਾ ਦਾਅਵਾ ਵੀ ਵੱਡਾ ਹੋ ਰਿਹਾ। ਠੀਕ ਆ। ਸ਼ਿਵਰਾਜ ਚੌਹਾਨ 5 ਵਾਰ ਸੀਐਮ ਰਹੇ ਕਾਰਜਕਾਲ ਦੇ ਤੌਰ ਤੇ, ਚਾਹੇ 16 ਸਾਲ 6 ਮਹੀਨੇ, ਤੇ ਛਾਂਗਤਾ ਉਹਨੂੰ ਐਮਪੀ ਬਣਾ ਕੇ, ਮੰਤਰੀ ਬਣਾ ਕੇ ਕਰਤਾ ਟੈਕਲ ਕੇ, ਚੱਲ ਨਿਬੜ ਗਿਆ ਤੇਰਾ ਕੰਮ ਤਾਂ। ਜੀ ਜੇ ਉਹ ਦੁਬਾਰਾ ਉੱਥੇ ਸੀਐਮ ਬਣ ਜਾਂਦੀ ਤਾਂ ਦਾਅਵੇਦਾਰ ਸੀ ਉਹ ਤਾਂ। ਸੋ ਇਸ ਲਈ ਸ਼ਿਵਰਾਜ ਚੌਹਾਨ ਦੀ ਛੁੱਟੀ ਹੋਈ ਤਾਂ ਹੁਣ ਕੀ ਅਮਿਤ ਸ਼ਾਹ ਨੂੰ ਇਹ ਮਹਿਸੂਸ ਹੁੰਦਾ ਕਿ ਜਿਹੜੇ ਧੜੇ ਹਾਂ ਲੈਣ ਨੂੰ ਫਿਰਦੇ ਸੀ, ਸੁਸ਼ਮਾ ਸਵਰਾਜ ਵਾਲਾ ਧੜਾ ਸੀ, ਕਿਸੇ ਸਮੇਂ ਮਹਾਜਨ ਵਾਲਾ ਧੜਾ ਸੀ, ਇੱਧਰ ਸੀ, ਫਿਰ ਰਾਜਨਾਥ ਹੋਰੀ ਸੀ, ਰਾਜਨਾਥ ਹੋਰੀ ਸਰੈਂਡਰ ਕਰ ਗਏ, ਹੁਣ ਉਹ ਤਾਂ ਹੁਣ ਮੋਦੀ ਕੈਂਪ ਦਾ ਹਿੱਸਾ ਬਣ ਕੇ ਰਹਿ ਗਏ। ਗਡਕਰੀ ਕਿਤੇ ਕਿਤੇ ਦੇਖਦੇ ਨੇ ਉਹ ਆਰਐਸਐਸ ਦੇ ਸਾਰੇ ਜਾਂ ਆਪਣੇ ਦਮ ਤੇ ਤੁਰੇ ਫਿਰਦੇ ਨੇ, ਉਹਨਾਂ ਦਾ ਹੋਰ ਇਹ ਤੋਂ ਬਿਨਾਂ ਬੀਜੇਪੀ ਦਾ ਇੱਕ ਤਰੀਕਾ ਹੈਗਾ, ਕਈ ਵਾਰ ਜਿਹੜੇ ਦਿਖਦੇ ਚਿਹਰੇ ਹੁੰਦੇ ਨੇ ਉਹਨਾਂ ਦੀ ਬਜਾਏ ਕਿਸੇ ਨੂੰ ਵੀ ਲਿਆ ਕੇ ਬਣਾ ਸਕਦੇ ਹੁੰਦੇ ਨੇ। ਪਰ ਹੁਣ ਜਿਸ ਤਰ੍ਹਾਂ ਦੀ ਤਾਕਤ ਮੋਦੀ ਔਰ ਅਮਿਤ ਸ਼ਾਹ ਦੀ ਹੈਗੀ ਹੈ, ਉਸ ਦੇ ਵਿੱਚ ਆਰਐਸਐਸ ਵੀ, ਕਿਉਂਕਿ ਇਹ ਵੀ ਇੱਥੋਂ ਤੱਕ ਵੀ ਕਹਿ ਚੁੱਕੇ ਨੇ ਕਿ ਆਰਐਸਐਸ ਦਾ ਕੀ ਕੰਮ ਹੈ ਸਾਨੂੰ ਜਿਤਾਉਣ ਚ, ਹੈ ਨਾ। ਸਹੀ ਹੈ। ਤੇ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਆਪਣੀ ਸਪੇਸ ਪੈਦਾ ਕਰ ਰਹੇ ਨੇ ਕਿ ਮੈਂ ਅਗਲੀ ਵਾਰ ਲਈ ਦਾਅਵੇਦਾਰ ਬਣ ਜਾਵਾਂ, ਤੇ ਉਹਨਾਂ ਨੂੰ ਖਤਰਾ ਸਿਰਫ ਤੇ ਸਿਰਫ ਯੂਪੀ ਤੋਂ ਯੋਗੀ ਆਦਿੱਤਿਆਨਾਥ ਤੋਂ। ਸਹੀ ਹੈ। ਉਸ ਖਤਰੇ ਨੂੰ ਭਾਂਪ ਰਹੇ ਨੇ। ਉੱਥੇ ਲਗਭਗ ਮੰਨਿਆ ਜਾਂਦਾ ਕਿ 36 ਦਾ ਅੰਕੜਾ ਵੀ ਹੈਗਾ। ਸਹੀ ਹੈ। ਤੇ ਉਹਨਾਂ ਨੂੰ ਇਹ ਖਤਰਾ ਹੈ ਕਿ ਜੇ ਫਿਰ ਯੂਪੀ ਦੇ ਵਿੱਚ ਇੱਕ ਵਾਰ ਬੀਜੇਪੀ ਰਿਪੀਟ ਕੀਤੀ ਤੇ ਯੋਗੀ ਬਣ ਗਿਆ, ਤੇ ਫਿਰ ਅਗਲੀ ਵਾਰ ਦੀ ਯੋਗੀ ਦਾ ਦਾਅਵਾ ਵੱਡਾ ਹੋ ਜਾਊਗਾ। ਉਹਦੇ ਦਾਅਵੇ ਤੋਂ ਪਹਿਲਾਂ ਮੈਂ ਉਪ ਪ੍ਰਧਾਨ ਮੰਤਰੀ ਬਣ ਕੇ ਦਾਅਵਾ ਕਰ ਦਵਾਂ। ਹੁਣ ਇੰਨਾ ਤਾਂ ਹੈ ਨਹੀਂਗਾ ਕਿ ਆਪ ਹੀ ਜਾ ਕੇ ਸਿੱਧਾ ਮੋਦੀ ਜੀ ਨੂੰ ਕਹਿ ਦੇਣਗੇ ਮੈਨੂੰ ਬਣਾ ਦਿਓ। ਆਪਣੇ ਬਾਰੇ ਆਪ ਨਹੀਂ ਕਹਿ ਹੁੰਦਾ, ਚਾਹੇ ਜਿੰਨਾ ਮਰਜ਼ੀ ਤੁਹਾਡਾ ਕੁਛ ਹੋਵੇ। ਹੁਣ ਉਹਦੇ ਲਈ ਕੀ ਇਹ ਚਰਚਾ ਤੋਰੀ ਗਈ ਹੈ, ਕੀ ਇਹ ਚਰਚਾ ਤੁਰ ਪਈ ਹੈ, ਕੀ ਇਹ ਸੁਨੇਹਾ ਆਰਐਸਐਸ ਵੱਲੋਂ ਆ ਰਿਹਾ ਹੈ, ਕੀ ਆਰਐਸਐਸ ਤੱਕ ਪਹੁੰਚਾਇਆ ਜਾ ਰਿਹਾ ਹੈ, ਤੇ ਬੀਜੇਪੀ ਦੀ ਆਰਐਸਐਸ ਦੀ ਮਤਲਬ ਤਰੀਕਾਕਾਰ ਨੂੰ ਸਮਝਣ ਵਾਲੇ ਲੋਕ ਕਹਿ ਰਹੇ ਨੇ ਕਿ ਜੀ ਇਹ ਤਾਂ ਸਮਾਂ ਦੱਸੂਗਾ ਮਾਂ ਵਾਦੀ ਕਿ ਮਾਂ ਸਵਾਦੀ। ਬੀਜੇਪੀ ਚ ਜਿਹੀ ਚਰਚਾ ਤੋੜ ਕੇ ਫਾਇਦਾ ਘੱਟ, ਕਈ ਵਾਰ ਨੁਕਸਾਨ ਵੱਧ ਹੋ ਜਾਂਦਾ ਹੈ। ਇਸ ਲਈ ਹੁਣ ਦੇਖਦੇ ਹਾਂ ਕਿ ਅਮਿਤ ਸ਼ਾਹ ਉਪ ਪ੍ਰਧਾਨ ਮੰਤਰੀ ਦੌੜ ਚ ਚਰਚਾਵਾਂ ਚ ਤਾਂ ਸ਼ਾਮਲ ਨੇ, ਕੁਰਸੀ ਤੱਕ ਪਹੁੰਚਦੇ ਨੇ ਕਿ ਨਹੀਂ। ਦੇਖੋ ਇਹ ਤਾਂ ਹੈ ਨਹੀਂਗਾ ਵੀ ਭਾਜਪਾ ਤੇ ਆਰਐਸਐਸ ਦੇ ਵਿੱਚ ਬਹੁਤ ਸਾਰਾ ਕੁਝ ਡਿਸਪਲਿਨ ਦੇ ਵਿੱਚ ਹੀ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਅੰਦਰ ਖਾਤੇ, ਖਿੱਚੋਤਾਣ ਤਾਂ ਹੁੰਦੀ ਰਹਿੰਦੀ ਹੈ। ਇੱਕ ਧੜਾ ਨਹੀਂ, ਇਹ ਸੰਤਰੇ ਨੇ, ਸੰਤਰੇ ਦੀਆਂ ਫਾੜੀਆਂ ਨੇ, ਤੇ ਉੱਪਰ ਆਰਐਸਐਸ ਦਾ ਕਵਰ ਚੜਿਆ ਹੋਇਆ। ਬਸ ਬਿਲਕੁਲ ਇਹ ਉਹ ਸੰਤਰਾ ਹੈ ਭਗਵਾਨ ਜਿਹਦੇ ਉੱਤੇ ਆਰਐਸਐਸ ਦਾ ਛਿਲਕਾ ਹੈ, ਅੰਦਰ ਫਾੜੀ ਫਾੜੀ ਹੈਗੇ ਨੇ, ਪਰ ਉਹ ਕੰਟਰੋਲ ਉਹਨਾਂ ਦਾ ਜ਼ਿਆਦਾ ਹੈ, ਇਸ ਕਰਕੇ ਬਾਹਰ ਨਹੀਂ ਚੀਜ਼ਾਂ ਨਿਕਲ ਕੇ ਆਉਂਦੀਆਂ। ਇੱਕ ਧੜਾ ਤਾਂ ਪੂਰਾ ਲੱਗਿਆ ਹੋਇਆ ਜਿਹੜਾ ਮੋਦੀ ਯੋਗੀ ਨੂੰ ਤੇ ਗਡਕਰੀ ਨੂੰ ਪੂਰਾ ਇੰਡੋਰਸ ਕਰ ਰਿਹਾ, ਪੂਰੀ ਸਪੋਰਟ ਦੇ ਰਿਹਾ ਵੀ ਤੁਸੀਂ ਅੱਗੇ ਲੱਗੋ, ਸਹੀ, ਤੁਸੀਂ ਵਧੋ ਅੱਗੇ, ਅਸੀਂ ਤੁਹਾਡੇ ਨਾਲ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।